सत श्री अकाल दोस्तों, वेलकम टू डोरस्टैप एजुकेशन पॉइंट। अज की क्लास में आपां 8th क्लास की कंप्लीट जियोग्राफी नूं डिस्कस करन जा रहे हैं। ये क्लास तुहाडे PS टैट C-TET एग्जाम लई काफ़ी इंपॉर्टेंट है। ईवन जिहड़े 8वीं क्लास के विद्यार्थी ने वो भी इस वीडियो नूं वेख सकते हैं। बेसिक अंडरस्टैंडिंग लई ये जिहड़ी वीडियो हैगी है जी, ये काफ़ी इंपॉर्टेंट है। सो दोस्तों, बहुता समा आपां खराब नहीं करांगे ते वीडियो नूं करदे हां शुरू। वीडियो नूं शुरू करन तो पहलां सब तो पहला आपां ये डिस्कस कर लैंदे आ कि आपां किहड़े पार्ट नूं डिस्कस करन जा रहे हैं। उन्हां पार्ट दे जिहड़े टॉपिक दे नाम हैगे आ वो की हैगे आ जी। पहलां तां आपां वो वेख लैंदे आ ते वीडियो नूं शुरू करन तो पहलां चैनल नूं सबसक्राइब जरूर कर लिओ ते इस वीडियो नूं आपदे दोस्तां नाल भी शेयर कर दिओ। सो शुरू करदे हां अज दी अपनी वीडियो नूं। अज दी क्लास विच आपां इन्हां पार्ट नूं डिस्कस करन जा रहे हां। सब तो पहले पार्ट दा नाम हैगा जी, या फिर टॉपिक भी कह सकदे हां, साधन किस्मां अते साम संभाल। दूसरे पार्ट का नाम हैगा जी कुदरती साधन। तीसरे पार्ट का नाम हैगा जी खनिज अते शक्ति साधन। चौथे का नाम हैगा जी साडी खेतीबाड़ी। पंजवें पार्ट का नाम हैगा जी आफत प्रबंधन। इन्हां पार्ट नूं बड़े ही चंगे तरीके नाल आपां वेख लैंदे आ जी। इन्हां पार्ट दे जिहड़े बैक ते एक्सरसाइज दित्ती हुंदी है वो भी काफ़ी ज़्यादा इंपॉर्टेंट हुंदी है। सो आपां उन्हां नूं ही डिस्कस करन जा रहे हैं। पहले पार्ट तो शुरुआत करते हैं, साधन किस्मां अते साम संभाल। सब तो पहला आपां ये वेख लैंदे आ कि साधन की जेकर आपां गल कर रहे हैं तो साधन हुंदे की ने। पहले पार्ट विच ये लिखिया होया कि साधना तो तुहाडा की भाव है, अजिहे कुदरती जां मनुख द्वारा बनाए गए अर्थवान पदार्थ ਜਿਹੜੇ ਮਨੁੱਖ ਦੀਆਂ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ, ਲੋੜਾਂ ਹੁੰਦੀਆਂ ਨੇ, ਉਹਨਾਂ ਦੀ ਪੂਰਤੀ ਕਰਦੇ ਹਨ। ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਜੀ? ਉਹਨਾਂ ਨੂੰ ਆਪਾਂ ਸਾਧਨ ਕਹਿੰਦੇ ਆ। ਰਿਸੋਰਸਿਸ ਵੀ ਕਹਿ ਸਕਦੇ ਹੋ ਇਹਨੂੰ ਤੁਸੀਂ ਇਹਨਾਂ ਨੂੰ। ਕੁਦਰਤੀ ਸਾਧਨ ਕਿਹੜੇ ਹਨ ਤੇ ਇਹ ਸਾਨੂੰ ਕੌਣ ਪ੍ਰਦਾਨ ਕਰਦਾ ਹੈ? ਕੁਦਰਤੀ ਸਾਧਨਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕੁਦਰਤੀ ਸਾਧਨ ਕੁਦਰਤ ਦੁਆਰਾ, ਭਾਵ ਨੇਚਰ ਜਿਹੜੀ ਹੁੰਦੀ ਆ ਨਾ, ਆਪਣੀ ਮਦਰ ਨੇਚਰ, ਉਹਨਾਂ ਦੁਆਰਾ ਜਿਹੜੇ ਵੀ ਸਾਧਨ ਸਾਨੂੰ ਪ੍ਰਦਾਨ ਕੀਤੇ ਜਾਂਦੇ ਆ ਉਹਨਾਂ ਨੂੰ ਆਪਾਂ ਕੁਦਰਤੀ ਸਾਧਨ ਦਾ ਨਾਮ ਦਿੰਦੇ ਆ। ਜਿਵੇਂ ਕਿ ਤੁਹਾਡੇ ਆਲੇ ਦੁਆਲੇ ਜਿਹੜੇ ਜੰਗਲ ਹੁੰਦੇ ਨੇ, ਦਰਿਆ ਹੁੰਦੇ ਹੈਗੇ ਆ, ਖਣਿਜ ਪਦਾਰਥ ਹੁੰਦੇ ਆ ਜਿਵੇਂ ਸੋਨਾ, ਚਾਂਦੀ, ਲੋਹਾ, ਸੂਰਜੀ ਸ਼ਕਤੀ। ਜਿਵੇਂ ਕਿ ਕਈ ਵਾਰ ਤੁਸੀਂ ਵੇਖਿਆ ਹੋਣਾ ਕਿ ਸੋਲਰ ਸ਼ਕਤੀ ਦੀ ਆਪਾਂ ਵਰਤੋਂ ਕਰਦੇ ਹਾਂ ਖਾਣਾ ਵਗੈਰਾ ਬਣਾਉਣ ਲਈ, ਬਿਜਲੀ ਉਤਪਾਦਨ ਕਰਨ ਲਈ। ਸੋ ਇਹ ਜਿਹੜੇ ਸਾਰੇ ਹੀ ਕਹਿ ਸਕਦੇ ਹਾਂ ਕਿ ਜਿਹੜੇ ਸਾਧਨ ਹੈਗੇ ਆ ਜਿਹੜੇ ਕਿ ਨੇਚਰ ਦੁਆਰਾ ਪ੍ਰੋਵਾਈਡ ਕੀਤੇ ਗਏ ਆ, ਕਿਉਂਕਿ ਜੰਗਲ, ਦਰਿਆ, ਖਣਿਜ ਪਦਾਰਥ ਇਹ ਤਾਂ ਮਨੁੱਖਾਂ ਨੇ ਬਣਾਏ ਨਹੀਂ ਹੈਗੇ। ਮਦਰ ਨੇਚਰ ਦੁਆਰਾ ਪ੍ਰੋਵਾਈਡ ਕੀਤੇ ਗਏ ਜਿਹੜੇ ਵੀ ਸਾਧਨ ਹੁੰਦੇ ਆ ਉਹਨਾਂ ਨੂੰ ਆਪਾਂ ਕੁਦਰਤੀ ਸਾਧਨ ਦਾ ਨਾਮ ਦਿੰਦੇ ਆ। ਤੇ ਇਹਦੇ ਵਿੱਚ ਸਮੁੰਦਰ ਵੀ ਆਉਂਦਾ ਹੈ। ਅਗਲਾ ਪ੍ਰਸ਼ਨ ਵੇਖੋ ਜੀ, ਸਾਧਨਾਂ ਦੀਆਂ ਕਿਸਮਾਂ ਦੀ ਸੂਚੀ ਬਣਾਓ। ਸਾਧਨ ਜਿਹੜੇ ਹੁੰਦੇ ਆ ਨਾ, ਇਹਨਾਂ ਨੂੰ ਵੀ ਆਪਾਂ ਕੁਝ ਕਿਸਮਾਂ ਵਿੱਚ ਵੰਡਦੇ ਆ। ਜਿਵੇਂ ਸਾਧਨ ਜਿਹੜੇ ਹੁੰਦੇ ਨੇ ਇਹਨਾਂ ਨੂੰ ਆਪਾਂ ਜੀਵ ਅਤੇ ਨਿਰਜੀਵ ਸਾਧਨ ਦੇ ਵਿੱਚ ਵੰਡਦੇ ਆ। ਜੀਵ ਅਤੇ ਨਿਰਜੀਵ ਸਾਧਨ। ਜੀਵ ਉਹ ਹੋ ਗਏ ਜੀ ਜਿਹੜੇ ਕਿ ਜਿਉਂਦੇ ਹੈਗੇ ਆ, ਨਿਰਜੀਵ ਜਿਹੜੇ ਕਿ ਮਰੇ ਹੋਏ, ਜਿਹੜੇ ਕਿ ਨਹੀਂ ਜੀ ਰਹੇ। ਫੋਰ ਐਗਜ਼ਾਮਪਲ, ਜਿਵੇਂ ਕਿ ਤੁਹਾਡਾ ਸੋਨਾ ਚਾਂਦੀ ਹੈ, ਉਹ ਕੀ ਹੈ? ਇੱਕ ਨਿਰਜੀਵ ਸਾਧਨ ਹੀ ਤਾਂ ਹੈਗੇ ਆ ਨਾ। ਜੇ ਕਿ ਆਪਾਂ ਜੀਵ ਦੀ ਗੱਲ ਕਰਦੇ ਹਾਂ, ਜਿਹੜੇ ਪੇੜ ਪੌਦੇ ਹੋ ਗਏ, ਦਰਖਤ ਹੋ ਗਏ, ਇਹਦੇ ਨਾਲ ਜਿਹੜੇ ਜਾਨਵਰ ਹੋ ਗਏ, ਸੋ ਇਹਨਾਂ ਨੂੰ ਆਪਾਂ ਜੀਵ ਸਾਧਨਾਂ ਦੇ ਵਿੱਚ ਗਿਣਤੀ ਕਰਦੇ ਹਾਂ। ਵਿਕਸਿਤ ਅਤੇ ਸੰਭਾਵਿਤ ਸਾਧਨ ਵੀ ਹੁੰਦੇ ਆ ਜੀ। ਉਸ ਤੋਂ ਬਾਅਦ ਆ ਗਿਆ ਜੀ 3rd ਨੰਬਰ ਤੇ ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ। ਚੌਥੇ ਨੰਬਰ ਤੇ ਹੈ ਮਿੱਟੀ ਅਤੇ ਭੂਮੀ ਸਾਧਨ। 5ਵੇਂ ਨੰਬਰ ਤੇ ਹੈ ਸਮੁੰਦਰੀ ਅਤੇ ਖਣਿਜ ਸਾਧਨ। 6ਵੇਂ ਨੰਬਰ ਤੇ ਆ ਗਿਆ ਜੀ ਮਨੁੱਖੀ ਸਾਧਨ। ਜਿਹੜੇ ਚੀਜ਼ਾਂ ਮਨੁੱਖਾਂ ਦੁਆਰਾ ਬਣਾਈਆਂ ਜਾਂਦੀਆਂ ਨੇ ਉਹਨਾਂ ਨੂੰ ਆਪਾਂ ਮਨੁੱਖੀ ਸਾਧਨ ਦਾ ਨਾਮ ਦਿੰਦੇ ਆ। ਮਿੱਟੀ ਦੀ ਪਰਿਭਾਸ਼ਾ ਲਿਖੋ। ਮਿੱਟੀ ਦੀ ਜੇਕਰ ਆਪਾਂ ਗੱਲ ਕਰਦੇ ਹਾਂ, ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਛੋਟੀ ਜਿਹੀ ਪਰਤ ਹੈ ਜਿਹੜੀ ਮੂਲ ਚੱਟਾਨਾਂ ਦੇ ਟੁੱਟਣ ਭੱਜਣ, ਜੀਵਾਂ ਅਤੇ ਰੁੱਖ ਬੂਟਿਆਂ ਦੇ ਗਲਣ ਸੜਨ ਕਾਰਨ ਬਣਦੀ ਹੈ। ਉਹਨੂੰ ਆਪਾਂ ਮਿੱਟੀ ਦਾ ਨਾਮ ਦਿੰਦੇ ਆ। ਮਿੱਟੀ ਕੀ ਹੈ ਜੀ? ਧਰਤੀ ਦੀ ਸਭ ਤੋਂ ਜਿਹੜੀ ਉੱਪਰਲੀ ਪਰਤ ਹੁੰਦੀ ਆ ਉਹਨੂੰ ਆਪਾਂ ਕੀ ਕਹਿੰਦੇ ਆ? ਉਹਨੂੰ ਆਪਾਂ ਮਿੱਟੀ ਦਾ ਨਾਮ ਦਿੰਦੇ ਆ। ਤੇ ਮਿੱਟੀ ਬਣਦੀ ਕਿਵੇਂ ਆ? ਚੱਟਾਨਾਂ ਤੋਂ ਬਣਦੀ ਹੈ। ਜਦੋਂ ਚੱਟਾਨਾਂ ਟੁੱਟ ਭੱਜ ਜਾਂਦੀਆਂ ਨੇ, ਫਿਰ ਜੀਵ ਅਤੇ ਰੁੱਖ ਬੂਟਿਆਂ ਦੇ ਗਲਣ ਸੜਨ ਕਰਕੇ ਮਿੱਟੀ ਹੈਗੀ ਹੈ ਜੀ, ਉਹਦਾ ਨਿਰਮਾਣ ਹੁੰਦਾ ਹੈ। ਮਿੱਟੀ ਬਣਦੀ ਹੈਗੀ ਆ ਸੋਇਲ ਫਾਰਮੇਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ। ਅਗਲਾ ਪ੍ਰਸ਼ਨ ਵੇਖੋ ਜੀ, ਸਮੁੰਦਰਾਂ ਤੋਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ? ਸਮੁੰਦਰ ਸਾਨੂੰ ਬਹੁਤ ਵੱਡੀ ਮਾਤਰਾ ਵਿੱਚ ਮੱਛੀਆਂ, ਮੋਤੀ, ਘੋਗੇ, ਸਿੱਪੀਆਂ ਅਤੇ ਹੀਰੇ ਜਵਾਹਰਾਤ ਆਦਿ ਦਿੰਦੇ ਹਨ। ਕਈ ਥਾਵਾਂ ਤੇ ਸਮੁੰਦਰੀ ਤੱਟਾਂ ਤੋਂ ਪੈਟਰੋਲੀਅਮ ਪਦਾਰਥ ਵੀ ਪ੍ਰਾਪਤ ਹੁੰਦੇ ਹਨ। ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਆਪਾਂ ਨੂੰ ਸਮੁੰਦਰ ਤੋਂ ਪ੍ਰਾਪਤ ਹੁੰਦੀਆਂ ਨੇ।
ਮੱਛੀਆਂ, ਮੋਤੀ, ਘੋਗੇ, ਸਿੱਪੀਆਂ, ਹੀਰੇ, ਜਵਾਹਰਾਤ ਆਦਿ ਤੇ ਕਈ ਥਾਵਾਂ ਤੇ ਸਮੁੰਦਰੀ ਤੱਟਾਂ ਤੇ ਪੈਟਰੋਲੀਅਮ ਪਦਾਰਥ ਵੀ ਜਿਹੜਾ ਹੈਗਾ ਜੀ ਇਹ ਸਮੁੰਦਰਾਂ ਵਿੱਚੋਂ ਹੀ ਐਕਸਟ੍ਰੈਕਟ ਕੀਤਾ ਜਾਂਦਾ। ਮੇਨਲੀ ਆਪਾਂ ਮੰਨ ਸਕਦੇ ਹਾਂ ਕਿ ਜਿਹੜੀਆਂ ਮੱਛੀਆਂ ਵਗੈਰਾ ਹੁੰਦੀਆਂ ਨੇ ਇਹ ਸਮੁੰਦਰਾਂ ਤੋਂ ਆਪਾਂ ਨੂੰ ਪ੍ਰਾਪਤ ਹੁੰਦੀਆਂ ਨੇ ਐਂਡ ਕਾਫੀ ਸਾਰੇ ਲੋਕ ਮੱਛੀਆਂ ਨੂੰ ਹੀ ਖਾਂਦੇ ਆ। ਅੱਗੇ ਵੇਖੋ ਜੀ, ਸਾਧਨਾਂ ਦੀ ਜਿਹੀ ਸਹੀ ਸੰਭਾਲ ਹੈਗੀ ਹੈ, ਸਹੀ ਸਾਂਭ ਸੰਭਾਲ ਦੀ ਗੱਲ ਕਰਦੇ ਹਾਂ, ਉਹ ਕਿਵੇਂ ਹੋ ਸਕਦੀ ਹੈ? ਜਿਹੜੇ ਕਿ ਆਪਣੇ ਆਲੇ ਦੁਆਲੇ ਰਿਸੋਰਸਿਸ ਨੇ ਇਹਨਾਂ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ? ਵਰਤੋਂ ਸਮੇਂ ਇਹਨਾਂ ਨੂੰ ਵਿਅਰਥ ਨਾ ਜਾਣ ਦਿੱਤਾ ਜਾਵੇ। ਭਾਵ ਇਹ ਕਿ ਕੋਈ ਵੀ ਚੀਜ਼ ਤੁਹਾਡੇ ਕੋਲ ਆ ਜਾਂਦੀ ਹੈ, ਕੋਈ ਵੀ ਸੰਸਾਧਨ ਜਾਂ ਫਿਰ ਸਾਧਨ ਦੀ ਵਰਤੋਂ ਤੁਸੀਂ ਕਰ ਰਹੇ ਹੋ, ਉਹਦੀ ਤੁਸੀਂ ਵੇਸਟੇਜ ਨਾ ਕਰੋ, ਪ੍ਰੋਪਰ ਯੂਟਿਲਾਈਜ਼ ਕਰੋ ਉਹਨੂੰ। ਦੁਬਾਰਾ ਵਰਤੇ ਜਾ ਸਕਣ ਵਾਲੇ ਸਾਧਨਾਂ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾਵੇ। ਜਿਵੇਂ ਕਿ ਆਪਾਂ ਕਈ ਵਾਰ ਗੱਲ ਕਰਦੇ ਹੁੰਦੇ ਹਾਂ ਕਿ ਆਪਾਂ ਕੋਈ ਵੀ ਚੀਜ਼ ਮੰਗਾਉਂਦੇ ਹਾਂ ਬਾਜ਼ਾਰੋਂ, ਸਾਨੂੰ ਪਲਾਸਟਿਕ ਦੇ ਡੱਬੇ ਵਿੱਚ ਮਿਲ ਜਾਂਦੀ ਹੈ ਤੇ ਉਹ ਜਿਹੜਾ ਪਲਾਸਟਿਕ ਦਾ ਜਿਹੜਾ ਡੱਬਾ ਹੈਗਾ ਉਹਨੂੰ ਤੁਸੀਂ ਵਾਰ-ਵਾਰ ਵੀ ਉਹਦੀ ਵਰਤੋਂ ਕਰ ਸਕਦੇ ਹੋ। ਇਸੇ ਤਰ੍ਹਾਂ ਹੀ ਇਹਨਾਂ ਦੀ ਵਰਤੋਂ ਸੰਬੰਧੀ ਨਿਯਮ ਬਣਾਏ ਜਾਣ। ਲੋਕਾਂ ਵਿੱਚ ਸਾਧਨਾਂ ਦੀ ਜਿਹੜੀ ਸਾਂਭ ਸੰਭਾਲ ਹੈਗੀ ਆ ਉਹਦੇ ਬਾਰੇ ਜੇਕਰ ਆਪਾਂ ਲੋਕਾਂ ਨੂੰ ਅਵੇਅਰ ਕਰਾਂਗੇ, ਜਾਗ੍ਰਿਤੀ ਪੈਦਾ ਕਰਾਂਗੇ, ਫਿਰ ਹੀ ਇਹਨਾਂ ਸਾਧਨਾਂ ਦੀ ਜਿਹੜੀ ਸਾਂਭ ਸੰਭਾਲ ਹੈਗੀ ਆ ਉਹ ਕੀਤੀ ਜਾ ਸਕਦੀ ਹੈ। ਜਿਵੇਂ ਅੱਜ ਕੱਲ੍ਹ ਆਪਾਂ ਅਕਸਰ ਵੇਖਦੇ ਹਾਂ, ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ, ਈਵਨ ਮਾਪਿਓ ਵੀ ਨੇ, ਉਹ ਪਾਣੀ ਦੀ ਵੇਸਟੇਜ ਕਾਫੀ ਜ਼ਿਆਦਾ ਕਰਦੇ ਨੇ। ਸੋ ਆਪਾਂ ਜੇਕਰ ਉਹਨਾਂ ਨੂੰ ਅਵੇਅਰ ਕਰਾਵਾਂਗੇ ਕਿ ਜਿਹੜਾ ਪਾਣੀ ਹੈਗਾ ਆ ਇਹ ਬੜੇ ਹੀ ਲਿਮਟਿਡ ਮਾਤਰਾ ਵਿੱਚ ਹੈਗਾ, ਤੁਸੀਂ ਇਹਦੀ ਸਾਂਭ ਸੰਭਾਲ ਕਰੋ, ਨਹੀਂ ਤਾਂ ਆਉਣ ਵਾਲਾ ਜਿਹੜਾ ਸਮਾਂ ਹੈਗਾ ਜੀ ਇਹ ਕਾਫੀ ਜ਼ਿਆਦਾ ਔਖਾ ਹੈਗਾ, ਕਿਉਂਕਿ ਪਾਣੀ ਜਿਹੜਾ ਹੈਗਾ ਜੀ ਉਹ ਕਦੇ ਵੀ ਕਿਸੇ ਨੂੰ ਨਹੀਂ ਮਿਲੇਗਾ। ਪਾਣੀ ਦੀ ਜਿਹੜੀ ਮਾਤਰਾ ਹੈਗੀ ਆ ਜੀ ਉਹ ਘਟਦੀ ਜਾ ਰਹੀ ਹੈ। ਸੋ ਇਸ ਤਰ੍ਹਾਂ ਆਪਾਂ ਸਾਧਨਾਂ ਦੀ ਜਿਹੜੀ ਸਾਂਭ ਸੰਭਾਲ ਹੈਗੀ ਆ ਜੀ ਉਹ ਕਰ ਸਕਦੇ ਹਾਂ। ਅਗਲੇ ਵੱਡੇ ਪ੍ਰਸ਼ਨ ਵੇਖ ਲਓ ਜੀ, ਜੀਵ ਅਤੇ ਨਿਰਜੀਵ ਸਾਧਨ ਵਿੱਚ ਅੰਤਰ ਸਪਸ਼ਟ ਕਰੋ। ਜੀਵ ਅਤੇ ਨਿਰਜੀਵ ਸਾਧਨਾਂ ਦੀ ਆਪਾਂ ਗੱਲ ਕਰਦੇ ਹਾਂ। ਜੀਵ ਸਾਧਨ ਉਹ ਮੁੱਢਲੇ ਸਾਧਨ ਹਨ ਜਿਹੜੇ ਕਿ ਜਾਨਦਾਰ ਵਸਤਾਂ ਤੋਂ ਉਤਪੰਨ ਹੁੰਦੇ ਹਨ। ਜੀਵ ਜੰਤੂ ਅਤੇ ਪੌਦੇ ਜਿਹੜੇ ਜੀਵ ਸਾਧਨ, ਇਹਨਾਂ ਨੂੰ ਆਪਾਂ ਕੀ ਕਹਿੰਦੇ ਆ ਜੀ? ਇਹਨਾਂ ਨੂੰ ਆਪਾਂ ਜੀਵ ਸਾਧਨ ਕਹਿੰਦੇ ਆ। ਕੁਦਰਤ ਤੋਂ ਮਿਲਣ ਵਾਲੀਆਂ ਨਿਰਜੀਵ ਵਸਤੂਆਂ ਜਿਵੇਂ ਕਿ ਖਣਿਜ ਪਦਾਰਥ, ਸੂਰਜ, ਪਾਣੀ, ਇਹ ਸਾਰੀਆਂ ਕੀ ਨੇ ਜੀ? ਇਹ ਸਾਰੀਆਂ ਨਿਰਜੀਵ ਸਾਧਨ ਆਪਾਂ ਇਹਨਾਂ ਨੂੰ ਕਹਿੰਦੇ ਆ। ਅਗਲਾ ਪ੍ਰਸ਼ਨ ਵੇਖੋ ਜੀ, ਭੂਮੀ ਅਤੇ ਮਿੱਟੀ ਸਾਧਨ ਦੀ ਮਹੱਤਤਾ ਤੇ ਇੱਕ ਸੰਖੇਪ ਨੋਟ ਲਿਖੋ। ਭੂਮੀ ਅਤੇ ਮਿੱਟੀ ਸਾਧਨ ਦੀ ਵਰਤੋਂ ਮਨੁੱਖ ਦੁਆਰਾ ਖੇਤੀਬਾੜੀ ਕਰਨ, ਉਦਯੋਗ ਲਾਉਣ, ਆਵਾਜਾਈ ਦੇ ਸਾਧਨ ਵਿਕਸਿਤ ਕਰਨ, ਖੇਡਾਂ ਖੇਡਣ ਅਤੇ ਸੈਰ ਸਪਾਟੇ ਆਦਿ ਕੰਮਾਂ ਲਈ ਕੀਤੀ ਜਾਂਦੀ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਮਿੱਟੀ ਅਤੇ ਭੂਮੀ ਅਤੇ ਮਿੱਟੀ ਸਾਧਨ ਦੀ ਮਹੱਤਤਾ ਬਾਰੇ, ਅੱਗੇ ਵੇਖੋ ਜੀ, ਖਣਿਜ ਪਦਾਰਥ ਸਾਨੂੰ ਕਿੱਥੋਂ ਪ੍ਰਾਪਤ ਹੁੰਦੇ ਹਨ ਅਤੇ ਇਹਨਾਂ ਦੀ ਜਿਹੜੀ ਵਰਤੋਂ ਹੈਗੀ ਆ ਉਹ ਕਿੱਥੇ ਕੀਤੀ ਜਾਂਦੀ ਹੈ। ਖਣਿਜ ਸਾਧਨ ਧਰਤੀ ਵਿੱਚੋਂ ਮਿਲਣ ਵਾਲੇ ਪਦਾਰਥ ਹੈਗੇ ਆ, ਇਹ ਸਾਨੂੰ ਧਰਤੀ ਵਿੱਚੋਂ ਹੀ ਮਿਲਦੇ ਆ। ਖਣਿਜ ਸਾਧਨ ਅਲੱਗ-ਅਲੱਗ ਪ੍ਰਕਾਰ ਦੀਆਂ ਚੱਟਾਨਾਂ ਤੋਂ ਪ੍ਰਾਪਤ ਹੁੰਦੇ ਹਨ। ਇਹਨਾਂ ਨੂੰ ਉਦਯੋਗਾਂ ਵਿੱਚ ਵਰਤਿਆ ਜਾਂਦਾ ਹੈ। ਖਣਿਜ ਸਾਡੇ ਉਦਯੋਗਾਂ ਦਾ ਆਧਾਰ ਮੰਨੇ ਜਾਂਦੇ ਹਨ। ਜੇਕਰ ਖਣਿਜ ਪਦਾਰਥ ਨਾ ਹੋਣਗੇ ਤੇ ਤੁਹਾਡੀਆਂ ਜਿਹੜੀਆਂ ਫੈਕਟਰੀਆਂ ਨੇ, ਸਟੀਲ ਇੰਡਸਟਰੀਜ਼ ਨੇ, ਇਹ ਸਾਰੀਆਂ ਫੈਕਟਰੀਜ਼ ਵਰਕ ਨਹੀਂ ਕਰਨਗੀਆਂ ਜਦੋਂ ਤੱਕ ਆਪਾਂ ਨੂੰ ਖਣਿਜ ਪਦਾਰਥ ਨਹੀਂ ਮਿਲਦਾ। ਸੋ ਆਪਾਂ ਕਹਿ ਸਕਦੇ ਹਾਂ ਕਿ ਉਦਯੋਗਾਂ ਵਿੱਚ ਜਿਹੜੇ ਇੰਡਸਟਰੀਜ਼ ਹੁੰਦੀਆਂ ਨੇ ਇਹਨਾਂ ਵਿੱਚ ਖਣਿਜ ਪਦਾਰਥਾਂ ਦੀ ਕਾਫੀ ਜ਼ਿਆਦਾ ਲੋੜ ਹੁੰਦੀ ਹੈ। ਵਿਕਸਿਤ ਅਤੇ ਸੰਭਾਵਿਤ ਸਾਧਨਾਂ ਨੂੰ ਉਦਾਹਰਣ ਸਹਿਤ ਸਮਝਾਓ। ਜਿਹੜੇ ਸਾਧਨ ਕਿਸੇ ਲਾਭਦਾਇਕ ਆਰਥਿਕ ਮਕਸਦ ਵਾਸਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਆਪਾਂ ਵਿਕਸਿਤ ਸਾਧਨ ਕਹਿੰਦੇ ਹਨ। ਜਿਹੜੇ ਸਾਧਨ ਲਾਭਦਾਇਕ ਆਰਥਿਕ ਮਕਸਦ ਵਾਸਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਆਪਾਂ ਵਿਕਸਿਤ ਸਾਧਨ ਕਿਹਾ ਜਾਂਦਾ ਹੈ। ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਹਨਾਂ ਦੀ ਜਿਹੜੀ ਵਰਤੋਂ ਹੈਗੀ ਆ ਉਹ ਆਪਾਂ ਨਹੀਂ ਕਰ ਰਹੇ, ਉਹਨਾਂ ਨੂੰ ਆਪਾਂ ਸੰਭਾਵਿਤ ਸਾਧਨ ਕਹਿੰਦੇ ਆ। ਜਿਵੇਂ ਪਹਾੜਾਂ ਤੋਂ ਉਤਰਦਿਆਂ, ਭਾਵ ਇਹ ਕਿ ਜਿਹੜੀਆਂ ਨਦੀਆਂ ਪਹਾੜਾਂ ਤੋਂ ਉਤਰਦੀਆਂ ਨੇ ਉਹਨਾਂ ਤੋਂ ਬਿਜਲੀ ਪੈਦਾ ਕਰਨ ਵਾਸਤੇ, ਮਤਲਬ ਉਹਨਾਂ ਦਾ ਜਿਹੜਾ ਪਾਣੀ ਹੈਗਾ ਆ ਬਿਜਲੀ ਪੈਦਾ ਉਹਨਾਂ ਨਾਲ ਆਪਾਂ ਕਰ ਸਕਦੇ ਹਾਂ, ਪਰ ਆਪਾਂ ਹਜੇ ਉਹਨਾਂ ਨੂੰ ਬਿਜਲੀ ਉਹਨਾਂ ਪਾਣੀਆਂ ਨਾਲ ਨਹੀਂ ਬਣਾ ਰਹੇ। ਸੋ ਆਪਾਂ ਉਹਨਾਂ ਨੂੰ ਸੰਭਾਵਿਤ ਸਾਧਨ ਕਵਾਂਗੇ। ਬਟ ਜਦੋਂ ਆਪਾਂ ਉਹਨਾਂ ਨਦੀਆਂ ਦੇ ਪਾਣੀ ਤੋਂ ਬਿਜਲੀ ਤਿਆਰ ਕਰਨੀ ਸ਼ੁਰੂ ਕਰ ਦਿੰਦੇ ਆ ਫਿਰ ਆਪਾਂ ਉਹਨਾਂ ਨੂੰ ਵਿਕਸਿਤ ਸਾਧਨ ਦਾ ਨਾਮ ਦਿੰਦੇ ਆ। ਮਤਲਬ ਸਮਝ ਗਏ ਨਾ ਤੁਸੀਂ? ਵਿਕਸਿਤ ਅਤੇ ਸੰਭਾਵਿਤ ਸਾਧਨਾਂ ਵਿੱਚ ਡਿਫਰੈਂਸ ਕੀ ਆ? ਸੰਭਾਵਿਤ ਉਦੋਂ ਤੱਕ ਹੁੰਦੇ ਆ ਜਦੋਂ ਤੱਕ ਆਪਾਂ ਨੂੰ ਪਤਾ ਹੁੰਦਾ ਤੇ ਆਪਾਂ ਉਸ ਸਾਧਨ ਦੀ ਵਰਤੋਂ ਨਹੀਂ ਕਰ ਰਹੇ। ਬਟ ਜਦੋਂ ਆਪਾਂ ਨੂੰ ਪਤਾ ਲੱਗ ਗਿਆ, ਆਪਾਂ ਉਸ ਸਾਧਨ ਦੀ ਵਰਤੋਂ ਕਰਨੀ ਸਟਾਰਟ ਕਰ ਦਿੱਤੀ ਆ, ਫਿਰ ਆਪਾਂ ਨੂੰ ਵਿਕਸਿਤ ਸਾਧਨ ਦਾ ਨਾਮ ਦਿੰਨੇ ਆ। ਅਗਲਾ ਪ੍ਰਸ਼ਨ ਵੇਖੋ ਜੀ, ਮੁੱਕਣਯੋਗ ਸਾਧਨਾਂ ਦੀ ਵਰਤੋਂ ਸਾਨੂੰ ਸਮਝਦਾਰੀ ਅਤੇ ਸੰਕੋਚ ਨਾਲ ਕਿਉਂ ਕਰਨੀ ਚਾਹੀਦੀ ਹੈ? ਅੱਗੇ ਵੇਖੋ, ਮੁੱਕਣਯੋਗ ਜਿਹੜੇ ਸਾਧਨ ਦਾ ਜਿਹੜਾ ਭੰਡਾਰ ਹੈਗਾ ਆ ਉਹ ਨਿਸ਼ਚਿਤ ਹੈ, ਨਿਸ਼ਚਿਤ ਹੁੰਦਾ ਹੈ ਜੀ, ਲਿਮਿਟਿਡ। ਜਿਹੜਾ ਇੱਕ ਵਾਰ
ਖਤਮ ਹੋ ਜਾਣ ਤੇ ਦੁਬਾਰਾ ਪ੍ਰਾਪਤ ਨਹੀਂ ਹੋਵੇਗਾ। ਇਸ ਲਈ ਸਾਨੂੰ ਇਹਨਾਂ ਮੁੱਕਣਯੋਗ ਸਾਧਨਾਂ ਦੀ ਜਿਹੜੀ ਵਰਤੋਂ ਹੈ ਉਹ ਬਹੁਤ ਹੀ ਸਮਝਦਾਰੀ ਅਤੇ ਸੰਕੋਚ ਨਾਲ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਦਾ ਜਿਹੜਾ ਪੈਟਰੋਲੀਅਮ ਹੈਗਾ, ਜਿਵੇਂ ਅੱਜ ਕੱਲ੍ਹ ਆਪਾਂ ਜੋ ਵੀ ਗੱਡੀਆਂ ਵਿੱਚ ਡੀਜ਼ਲ ਯੂਜ਼ ਕਰ ਰਹੇ ਹਾਂ, ਪੈਟਰੋਲ ਯੂਜ਼ ਕਰ ਰਹੇ ਹਾਂ, ਇੱਕ ਦਿਨ ਇਹਨਾਂ ਸਾਰੇ ਹੀ ਸਾਧਨਾਂ ਨੇ ਖਤਮ ਹੋ ਜਾਣਾ ਹੈ। ਸੋ ਸਾਨੂੰ ਕੀ ਕਰਨਾ ਚਾਹੀਦਾ ਹੈ, ਸਾਨੂੰ ਬੜੇ ਹੀ ਹਿਸਾਬ ਨਾਲ ਜਿੱਥੇ ਲੋੜ ਹੈਗੀ ਆ ਉੱਥੇ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹੀ ਗੱਲ ਇੱਥੇ ਇਹਨਾਂ ਨੇ ਲਿਖੀ ਹੋਈ ਹੈ। ਮਨੁੱਖੀ ਸਾਧਨਾਂ ਦਾ ਦੂਜੇ ਸਾਧਨਾਂ ਦੇ ਵਿਕਾਸ ਵਿੱਚ ਕੀ ਯੋਗਦਾਨ ਹੈ? ਕੁਦਰਤ ਦੁਆਰਾ ਪੈਦਾ ਕੀਤੇ ਗਏ ਸਾਰੇ ਜੀਵਾਂ ਵਿੱਚੋਂ ਮਨੁੱਖ ਨੂੰ ਸਰਵੋਤਮ ਪ੍ਰਾਣੀ ਦਾ ਜਿਹੜਾ ਖਿਤਾਬ ਹੈਗਾ ਉਹ ਮਿਲਿਆ ਹੋਇਆ ਹੈ ਅਤੇ ਮਨੁੱਖ ਆਪਣੀ ਬੁੱਧੀ ਅਤੇ ਕੰਮ ਕਰਨ ਦੀ ਸ਼ਕਤੀ ਨਾਲ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਾਧਨ ਹੈ। ਬਾਕੀ ਸਾਰੇ ਸਾਧਨਾਂ ਦਾ ਜਿਹੜਾ ਵਿਕਾਸ ਹੈ ਉਦੋਂ ਤੱਕ ਅਧੂਰਾ ਹੀ ਰਹੇਗਾ ਜਦੋਂ ਤੱਕ ਮਨੁੱਖੀ ਸਾਧਨ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ। ਸਾਧਨਾਂ ਦੇ ਵਿਕਾਸ ਲਈ ਮਨੁੱਖ ਦੇ ਗੁਣ ਸਮਰੱਥਾ ਅਤੇ ਵਿਦਿਅਕ ਯੋਗਤਾ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਸੰਸਾਰ ਦੇ ਸਾਰੇ ਦੇਸ਼ ਆਪਣੇ ਮਨੁੱਖੀ ਸਾਧਨਾਂ ਦੇ ਸਹੀ ਵਿਕਾਸ ਕਰਨ ਵਿੱਚ ਜੁਟੇ ਹੋਏ ਹਨ ਤਾਂ ਕਿ ਉਹ ਹੋਰ ਸਾਧਨਾਂ ਦਾ ਜਿਹੜਾ ਵਿਕਾਸ ਹੈਗਾ ਉਹ ਕਰ ਸਕਣ। ਜਾਪਾਨ ਦੇਸ਼ ਇੱਕ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਭਾਵ ਇਹ ਕਿ ਜਿਹੜੇ ਮਨੁੱਖੀ ਸਾਧਨ ਹੁੰਦੇ ਨੇ, ਮੰਨ ਲਓ ਆਪਣੇ ਭਾਰਤ ਵਿੱਚ ਬਹੁਤ ਸਾਰੇ ਖਣਿਜ ਪਦਾਰਥ ਹੈਗੇ ਆ, ਪਰ ਉਹਨਾਂ ਖਣਿਜ ਪਦਾਰਥਾਂ ਦਾ ਹੋਣ ਦਾ ਉਦੋਂ ਤੱਕ ਕੋਈ ਫਾਇਦਾ ਨਹੀਂ ਹੋਣਾ ਜਦੋਂ ਤੱਕ ਉਹਨਾਂ ਦੀ ਸਹੀ ਵਰਤੋਂ ਨਾ ਕੀਤੀ ਜਾਵੇ। ਭਾਵ ਇਹ ਕਿ ਜਾਪਾਨ ਵਰਗੇ ਦੇਸ਼ ਕੋਲ ਸੰਸਾਧਨ ਬਿਲਕੁਲ ਵੀ ਨਹੀਂ ਹੈਗੇ, ਪਰ ਉਹਨਾਂ ਦੇ ਜਿਹੜੇ ਮਨੁੱਖ ਨੇ ਇੰਨੇ ਕੁ ਜ਼ਿਆਦਾ ਇੰਟੈਲੀਜੈਂਟ ਨੇ ਕਿ ਉੱਥੇ ਜਿਹੜਾ ਮਨੁੱਖੀ ਸੰਸਾਧਨ ਹੈਗਾ ਆ, ਮਨੁੱਖੀ ਸੰਸਾਧਨ ਕਰਕੇ ਉਹਨਾਂ ਦੇ ਜਿਹੜੇ ਦੇਸ਼ ਦਾ ਵਿਕਾਸ ਹੈਗਾ ਉਹ ਕਾਫੀ ਜ਼ਿਆਦਾ ਤੁਹਾਨੂੰ ਵੇਖਣ ਨੂੰ ਮਿਲਦਾ ਹੈ। ਇੱਕ ਐਗਜ਼ਾਮਪਲ ਆਪਾਂ ਹੋਰ ਸਮਝਦੇ ਹਾਂ, ਅਫਰੀਕਾ ਵਰਗੀ ਜਿਹੜੀ ਕੰਟਰੀ ਹੈਗੀ ਹੈ, ਕੰਟਰੀ ਦਾ ਨਹੀਂ, ਚਲੋ ਇੱਕ ਮਹਾਦਵੀਪ ਹੈ ਅਫਰੀਕਾ ਕੰਟਰੀ, ਜਾਂ ਫਿਰ ਕਹਿ ਸਕਦੇ ਹਾਂ ਅਫਰੀਕਾ ਜਿਹੜਾ ਮਹਾਦਵੀਪ ਹੈਗਾ, ਇਸ ਮਹਾਦਵੀਪ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਜਿਹੜੇ ਖਣਿਜ ਪਦਾਰਥ ਹੈਗੇ ਆ, ਵਿਸ਼ਵ ਵਿੱਚੋਂ ਸਭ ਤੋਂ ਵੱਧ ਖਣਿਜ ਪਦਾਰਥ ਤੁਹਾਨੂੰ ਅਫਰੀਕਾ ਮਹਾਦਵੀਪ ਵਿੱਚ ਵੇਖਣ ਨੂੰ ਮਿਲਦੇ ਆ। ਬਟ ਉੱਥੇ ਦੇ ਜਿਹੜੇ ਲੋਕ ਨੇ ਉਹ ਇੰਨੇ ਜ਼ਿਆਦਾ ਇੰਟੈਲੀਜੈਂਟ ਨਹੀਂ ਹੈਗੇ। ਚਲੋ ਇਹ ਗੱਲ ਵੀ ਕਹਿਣੀ ਸਹੀ ਨਹੀਂ ਹੋਊਗੀ, ਉੱਥੇ ਦੇ ਜਿਹੜੇ ਲੋਕ ਨੇ ਆਪਦੇ ਸਾਧਨਾਂ ਨੂੰ ਵਰਤੋਂ ਵਿੱਚ ਨਹੀਂ ਲੈ ਕੇ ਆ ਰਹੇ। ਸੋ ਜਿਹਦੇ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਮਨੁੱਖੀ ਸਾਧਨ ਹੁੰਦੇ ਨੇ ਇਹ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਕਿਸੇ ਵੀ ਦੇਸ਼ ਦੇ ਵਿਕਾਸ ਲਈ। ਅਗਲਾ ਪ੍ਰਸ਼ਨ ਵੇਖੋ ਜੀ, ਸਾਧਨਾਂ ਤੋਂ ਤੁਹਾਡਾ ਕੀ ਮਤਲਬ ਹੈ? ਇਹਨਾਂ ਦੀ ਕਿਸਮਾਂ ਦੱਸਦੇ ਹੋਏ ਸਾਂਭ ਸੰਭਾਲ ਦਾ ਮਹੱਤਵ ਅਤੇ ਸਾਂਭ ਸੰਭਾਲ ਵਾਸਤੇ ਅਪਣਾਏ ਜਾ ਸਕਣ ਵਾਲੇ ਢੰਗਾਂ ਦਾ ਜਿਹੜਾ ਵਰਣਨ ਹੈ ਤੁਸੀਂ ਉਹ ਕਰਨਾ ਹੈ। ਕਿਹਦੀ ਗੱਲ ਕੀਤੀ ਜਾ ਰਹੀ ਹੈ ਜੀ? ਸਾਧਨਾਂ ਤੋਂ ਤੁਹਾਡਾ ਕੀ ਮਤਲਬ ਹੈ? ਇਹਨਾਂ ਦੀ ਕਿਸਮਾਂ ਦੱਸਦੇ ਹੋਏ ਸਾਂਭ ਸੰਭਾਲ ਦਾ ਮਹੱਤਵ ਅਤੇ ਸਾਂਭ ਸੰਭਾਲ ਵਾਸਤੇ ਅਪਣਾਏ ਜਾ ਸਕਣ ਵਾਲੇ ਢੰਗਾਂ ਦਾ ਵਰਣਨ ਕਰੋ। ਸਾਧਨ ਅਜਿਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਨ ਪਦਾਰਥ ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਸਾਧਨ ਅਖਵਾਉਂਦੇ ਹਨ। ਸਾਧਨ ਦੀਆਂ ਕਿਸਮਾਂ ਜੀਵ ਅਤੇ ਨਿਰਜੀਵ ਸਾਧਨ, ਵਿਕਸਿਤ ਅਤੇ ਸੰਭਾਵਿਤ ਸਾਧਨ। ਵੈਸੇ ਇਹ ਕੁਐਸਚਨ ਰਿਪੀਟ ਹੋ ਰਿਹਾ ਬਟ ਆਪਾਂ ਫਿਰ ਵੀ ਕਰਾਂਗੇ। ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ, ਮਿੱਟੀ ਅਤੇ ਭੂਮੀ ਸਾਧਨ, ਸਮੁੰਦਰੀ ਅਤੇ ਖਣਿਜ ਸਾਧਨ, ਮਨੁੱਖੀ ਸਾਧਨ। ਸਾਧਨਾਂ ਦੀ ਸਾਂਭ ਸੰਭਾਲ ਦਾ ਮਹੱਤਵ ਦੀ ਜੇਕਰ ਆਪਾਂ ਗੱਲ ਕਰੀਏ, ਸਾਧਨ ਅਤੇ ਇਹਨਾਂ ਦੀ ਜਿਹੜੀ ਸਾਂਭ ਸੰਭਾਲ ਹੈਗੀ ਆ ਆਪਸ ਵਿੱਚ ਬਹੁਤ ਨੇੜੇ ਦਾ ਸੰਬੰਧ ਹੈ। ਇਹਨਾਂ ਦਾ ਪ੍ਰਯੋਗ ਸਮਝਦਾਰੀ ਅਤੇ ਸੰਕੋਚ ਨਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਦਾ ਆਨੰਦ ਮਾਣ ਸਕਣ। ਸਾਂਭ ਸੰਭਾਲ ਵਾਸਤੇ ਅਪਣਾਏ ਜਾ ਸਕਣ ਵਾਲੇ ਜਿਹੜੇ ਢੰਗ ਨੇ ਜੀ, ਸਾਧਨਾਂ ਦੀ ਉਚਿਤ ਅਤੇ ਲੋੜ ਅਨੁਸਾਰ ਵਰਤੋਂ ਹੀ ਇਹਨਾਂ ਦੀ ਸਹੀ ਸਾਂਭ ਸੰਭਾਲ ਹੋਵੇਗੀ। ਵਰਤੋਂ ਸਮੇਂ ਇਹਨਾਂ ਨੂੰ ਵਿਅਰਥ ਨਾ ਜਾਣ ਦਿੱਤਾ ਜਾਵੇ। ਦੁਬਾਰਾ ਵਰਤੋਂ ਜਾ ਸਕਣ ਵਾਲੀ ਸਾਧਨ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾਵੇ। ਇਹਨਾਂ ਦੀ ਵਰਤੋਂ ਸੰਬੰਧੀ ਨਿਯਮ ਬਣਾਏ ਜਾਣ। ਲੋਕਾਂ ਵਿੱਚ ਸਾਧਨਾਂ ਦੀ ਸਾਂਭ ਸੰਭਾਲ ਬਾਰੇ ਜਾਗ੍ਰਿਤੀ ਪੈਦਾ ਕੀਤੀ ਜਾਵੇ। ਸਾਧਨਾਂ ਦੀ ਵਰਤੋਂ ਕਰਨ ਵਾਲਿਆਂ ਦੇ ਗਿਆਨ ਦਾ, ਵਿਦਿਆ ਦਾ ਅਤੇ ਤਕਨੀਕੀ ਸਿੱਖਿਆ ਦਾ ਜਿਹੜਾ ਪੱਧਰ ਹੈ ਉੱਚਾ ਚੁੱਕਿਆ ਜਾਵੇ। ਇਹਨਾਂ ਤਰੀਕਿਆਂ ਨੂੰ ਵਰਤ ਕੇ ਆਪਾਂ ਸਾਧਨਾਂ ਦੀ ਜਿਹੜੀ ਸਾਂਭ ਸੰਭਾਲ ਹੈਗੀ ਆ ਉਹ ਕਰ ਸਕਦੇ ਹਾਂ। ਤੇ ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਅਗਲੇ ਪਾਠ ਦੇ ਉੱਤੇ, ਤੇ ਅਗਲੇ ਪਾਠ ਦਾ ਨਾਮ ਹੈਗਾ ਜੀ ਕੁਦਰਤੀ ਸਾਧਨ। ਸਾਧਨਾਂ ਤੋਂ ਹੀ ਗੱਲ ਸ਼ੁਰੂ ਹੋਈ ਸੀਗੀ ਤੇ ਹੁਣ ਆਪਾਂ ਸਾਧਨਾਂ ਦੀ ਹੀ ਗੱਲ ਕਰਨ ਜਾ ਰਹੇ ਹਾਂ ਕਿ ਜਿਹੜੇ ਕੁਦਰਤੀ ਸਾਧਨ ਹੁੰਦੇ ਨੇ ਇਹਨਾਂ ਦੀ ਵੀ ਆਪਾਂ ਇੱਕ ਵਾਰ ਗੱਲ ਕਰ ਲੈਂਦੇ ਹਾਂ। ਭੂਮੀ ਨੂੰ ਮੁੱਖ ਤੌਰ ਤੇ ਕਿਹੜੇ-ਕਿਹੜੇ ਧਰਾਤਲੀ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ? ਸੋ ਭੂਮੀ ਜਿਹੜੀ ਹੈਗੀ ਆ, ਆਪਣੀ ਧਰਤੀ ਹੈਗੀ ਆ, ਇਹਨੂੰ ਮੇਨਲੀ ਆਪਾਂ ਪਹਾੜ, ਪਠਾਰ, ਮੈਦਾਨੀ ਖੇਤਰ, ਮਾਰੂਥਲੀ ਖੇਤਰ, ਇਸ ਤਰ੍ਹਾਂ ਦੇ ਜਿਹੜੇ ਕਹਿ ਸਕਦੇ ਹਾਂ ਕਿ ਕੈਟੇਗਰੀ ਵਿੱਚ ਆਪਾਂ ਧਰਾਤਲੀ ਭਾਗਾਂ ਨੂੰ ਵੰਡਦੇ ਹਾਂ।
ਕੁਝ ਇਹਦੇ ਵਿੱਚ ਦਵੀਪ ਸਮੂਹ ਵੀ ਆ ਜਾਂਦੇ ਆ, ਹਾਲਾਂਕਿ ਇੱਥੇ ਇਹਨਾਂ ਨੇ ਨਹੀਂ ਲਿਖਿਆ ਹੋਇਆ, ਬਟ ਕੋਈ ਗੱਲ ਨਹੀਂ। ਮੈਦਾਨਾਂ ਦਾ ਜਿਹੜਾ ਮਹੱਤਵ ਹੈ ਉਹ ਕੀ ਹੈ? ਮੈਦਾਨ ਖੇਤੀ ਯੋਗ ਅਤੇ ਸੰਘਣੀ ਵਸੋਂ। ਸੰਘਣੀ ਦਾ ਭਾਵ ਹੈਗਾ ਜੀ ਡੈਂਸਿਟੀ। ਵਸੋਂ ਜਿੱਥੇ ਲੋਕ ਰਹਿ ਰਹੇ ਹੋਣ, ਵਸੋਂ ਵਾਲੇ ਜਿਹੜੇ ਖੇਤਰ ਹੁੰਦੇ ਹਨ। ਭਾਰਤ ਦੇ ਕੁੱਲ ਰਕਬੇ ਦਾ 43% ਜਿਹੜਾ ਭਾਗ ਹੈਗਾ ਜੀ ਉਹ ਕੀ ਹੈ ਜੀ? ਉਹ ਹੈਗਾ ਮੈਦਾਨੀ। ਮੈਦਾਨੀ ਖੇਤਰ ਮਨੁੱਖਾਂ ਦੀਆਂ ਅਨੇਕਾਂ ਲੋੜਾਂ ਨੂੰ ਪੂਰੀਆਂ ਕਰਦੇ ਹਨ। ਖੇਤੀਬਾੜੀ ਅਤੇ ਬਨਸਪਤੀ ਦੇ ਪੱਖੋਂ ਮੈਦਾਨੀ ਭੂਮੀ ਬਹੁਤ ਹੀ ਕੀਮਤੀ ਮੰਨੀ ਜਾਂਦੀ ਹੈ। ਕਈ ਵਾਰ ਤੁਸੀਂ ਵੇਖਿਆ ਹੋਣਾ ਕਿ ਤੁਸੀਂ ਨਾਰਥ ਈਸਟਰਨ ਸਟੇਟ ਵਿੱਚ ਚਲੇ ਜਾਓ, ਕਿਸੇ ਪਰਬਤੀ ਖੇਤਰ ਵਿੱਚ ਚਲੇ ਜਾਓ, ਹਿਮਾਚਲ ਵਿੱਚ ਚਲੇ ਜਾਓ, ਉੱਥੇ ਆਬਾਦੀ ਇੰਨੀ ਜ਼ਿਆਦਾ ਵੇਖਣ ਨੂੰ ਨਹੀਂ ਮਿਲਦੀ। ਜੇਕਰ ਇਹੀ ਤੁਸੀਂ ਹਰਿਆਣੇ ਵਾਲੇ ਪਾਸੇ, ਪੰਜਾਬ ਵਾਲੇ ਪਾਸੇ, ਮੱਧ ਪ੍ਰਦੇਸ਼ ਵਾਲੇ ਪਾਸੇ, ਜਿਹੜੇ ਕਿ ਮੈਦਾਨੀ ਖੇਤਰ ਨੇ ਜੀ, ਇੱਥੇ ਜਦੋਂ ਵੀ ਤੁਸੀਂ ਜਾਂਦੇ ਹੋ ਇੱਥੇ ਆਬਾਦੀ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੀ ਹੈ, ਕਿਉਂਕਿ ਇੱਥੇ ਇੱਕ ਤਾਂ ਪਾਣੀ ਬਹੁਤ ਜ਼ਿਆਦਾ ਵੇਖਣ ਨੂੰ ਮਿਲਦਾ। ਪਾਣੀ ਦੇ ਨਾਲ ਕਹਿ ਸਕਦੇ ਹਾਂ ਕਿ ਜਿਹੜਾ ਇੱਥੇ ਮੈਦਾਨੀ ਖੇਤਰ ਹੁੰਦਾ, ਇੱਥੇ ਖੇਤੀਬਾੜੀ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ, ਫਸਲਾਂ ਦਾ ਉਤਪਾਦਨ ਕਾਫੀ ਜ਼ਿਆਦਾ ਹੁੰਦਾ ਹੈ, ਜਿਹਦੇ ਕਰਕੇ ਇੱਥੇ ਦੀ ਜਿਹੜੀ ਆਬਾਦੀ ਹੁੰਦੀ ਹੈ ਉਹ ਵੀ ਕਾਫੀ ਜ਼ਿਆਦਾ ਹੁੰਦੀ ਹੈ। ਅਗਲਾ ਪ੍ਰਸ਼ਨ ਵੇਖੋ, ਭਾਰਤ ਵਿੱਚ ਕਿੰਨੇ ਕਿਸਮ ਦੀ ਮਿੱਟੀ ਹੈ ਜੀ ਉਹ ਪਾਈ ਜਾਂਦੀ ਹੈ ਤੇ ਉਹਨਾਂ ਦੇ ਨਾਮ ਵੀ ਲਿਖੋ। ਭਾਰਤ ਵਿੱਚ 6 ਕਿਸਮ ਦੀ ਮਿੱਟੀ ਪਾਈ ਜਾਂਦੀ ਹੈ। ਕਿਹੜੀ ਕਿਹੜੀ ਮਿੱਟੀ? ਜਲੋੜੀ ਮਿੱਟੀ, ਕਾਲੀ ਮਿੱਟੀ, ਮਾਰੂਥਲੀ ਮਿੱਟੀ, ਲਾਲ ਮਿੱਟੀ, ਲੈਟਰਾਈਟ ਮਿੱਟੀ, ਜੰਗਲੀ ਅਤੇ ਪਰਬਤੀ ਮਿੱਟੀ। ਅੱਗੇ ਵੇਖੋ, ਕਾਲੀ ਮਿੱਟੀ ਵਿੱਚ ਕਿਹੜੀਆਂ-ਕਿਹੜੀਆਂ ਫਸਲਾਂ ਉਗਾਈਆਂ ਜਾ ਸਕਦੀਆਂ ਹਨ? ਕਾਫੀ ਇੰਪੋਰਟੈਂਟ ਹੈ ਜੀ। ਕਾਲੀ ਮਿੱਟੀ ਵਿੱਚ ਕਪਾਹ, ਕਣਕ, ਜਵਾਰ, ਅਲਸੀ, ਤੰਬਾਕੂ ਅਤੇ ਸੂਰਜਮੁਖੀ ਵਰਗੀਆਂ ਜਿਹੜੀਆਂ ਫਸਲਾਂ ਹੁੰਦੀਆਂ ਨੇ ਉਹ ਆਪਾਂ ਉਗਾ ਸਕਦੇ ਹਾਂ, ਗਰੋ ਕਰ ਸਕਦੇ ਹਾਂ। ਇੱਕ ਵਾਰ ਫਿਰ ਤੋਂ ਜੀ, ਕਾਲੀ ਮਿੱਟੀ ਵਿੱਚ ਆਪਾਂ ਕਪਾਹ, ਕਣਕ, ਜਵਾਰ, ਅਲਸੀ, ਤੰਬਾਕੂ ਅਤੇ ਸੂਰਜਮੁਖੀ ਵਰਗੀਆਂ ਫਸਲਾਂ ਨੂੰ ਆਪਾਂ ਗਰੋ ਕਰ ਸਕਦੇ ਹਾਂ। ਪਾਣੀ ਦੇ ਮੁੱਖ ਸੋਮਿਆਂ ਦੇ ਨਾਮ ਲਿਖੋ। ਕਿੱਥੋਂ ਕਿੱਥੋਂ ਪਾਣੀ ਆਉਂਦਾ ਹੈ ਜੀ? ਪਾਣੀ ਦੇ ਜਿਹੜੇ ਮੁੱਖ ਸੋਮੇ ਹੁੰਦੇ ਨੇ, ਵਰਖਾ, ਦਰਿਆ, ਨਦੀਆਂ, ਨਹਿਰਾਂ, ਧਰਤੀ ਹੇਠਲਾ ਪਾਣੀ ਤੇ ਤਲਾਬ, ਇਹਨਾਂ ਤੋਂ ਆਪਾਂ ਪਾਣੀ ਪ੍ਰਾਪਤ ਕਰ ਸਕਦੇ ਹਾਂ। ਕੁਦਰਤੀ ਬਨਸਪਤੀ ਤੋਂ ਮਨੁੱਖ ਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ? ਕੁਦਰਤੀ ਬਨਸਪਤੀ ਤੋਂ ਮਨੁੱਖ ਨੂੰ ਕਈ ਤਰ੍ਹਾਂ ਦੇ ਜਿਹੜੇ ਫਲ ਨੇ, ਦਵਾਈਆਂ ਅਤੇ ਲੱਕੜ ਆਦਿ ਪ੍ਰਾਪਤ ਹੁੰਦੀ ਹੈ। ਕੁਦਰਤੀ ਵਰਖਾ ਲਿਆਉਣ ਲਈ ਸਹਾਇਕ ਸਿੱਧ ਹੁੰਦੀ ਹੈ। ਕੁਦਰਤੀ ਵਰਖਾ ਲਿਆਉਣ ਲਈ ਵੀ ਜਿਹੜੀ ਬਨਸਪਤੀ ਹੁੰਦੀ ਹੈ ਜੀ ਉਹ ਵੀ ਸਹਾਇਕ ਸਿੱਧ ਹੁੰਦੀ ਹੈ। ਅਗਲਾ ਪ੍ਰਸ਼ਨ ਵੇਖੋ, ਪ੍ਰਵਾਸੀ ਪੰਛੀ ਕੀ ਹਨ ਅਤੇ ਇਹ ਕਿੱਥੋਂ ਆਉਂਦੇ ਹਨ? ਕਈ ਤਰ੍ਹਾਂ ਦੇ ਜਿਹੜੇ ਪੰਛੀ ਹੁੰਦੇ ਨੇ ਸਰਦੀਆਂ ਦੇ ਮੌਸਮ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਭਾਰਤ ਵਿੱਚ ਆਉਂਦੇ ਹਨ। ਇਹਨਾਂ ਨੂੰ ਪ੍ਰਵਾਸੀ ਪੰਛੀ ਕਿਹਾ ਜਾਂਦਾ ਹੈ। ਇਹ ਪੰਛੀ ਠੰਡੇ ਦੇਸ਼ਾਂ ਵਿੱਚ ਜਿਵੇਂ ਕਿ ਚੀਨ ਅਤੇ ਸਾਈਬੇਰੀਆ ਵਰਗੀ ਕੰਟਰੀਜ਼ ਤੋਂ ਭਾਰਤ ਵਿੱਚ ਆਉਂਦੇ ਹਨ। ਜੇਕਰ ਆਪਾਂ ਪ੍ਰਵਾਸੀ ਪੰਛੀਆਂ ਦੀ ਗੱਲ ਕਰਦੇ ਹਾਂ। ਅੱਗੇ ਵੇਖੋ ਜੀ, ਮਿੱਟੀ ਦੀਆਂ ਕਿਸਮਾਂ ਦੱਸ ਕੇ ਜਲੋੜੀ ਮਿੱਟੀ ਦੀ ਮਹੱਤਤਾ ਬਾਰੇ ਦੱਸਣਾ ਹੈ। ਅਲੂਵੀਅਲ ਸੋਇਲ ਆਪਾਂ ਇਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਹਾਂ। ਭਾਰਤ ਵਿੱਚ ਤੁਹਾਨੂੰ 6 ਕਿਸਮ ਦੀ ਮਿੱਟੀ ਵੇਖਣ ਨੂੰ ਮਿਲਦੀ ਹੈ, ਜਿਹਦੀ ਆਪਾਂ ਗੱਲ ਹੁਣੇ ਰੀਸੈਂਟਲੀ ਕਰਕੇ ਆਏ ਸੀ। ਜਲੋੜੀ ਮਿੱਟੀ, ਕਾਲੀ ਮਿੱਟੀ, ਮਾਰੂਥਲੀ ਮਿੱਟੀ, ਲਾਲ ਮਿੱਟੀ, ਲੈਟਰਾਈਟ ਮਿੱਟੀ, ਜੰਗਲੀ ਜਾਂ ਫਿਰ ਪਰਬਤੀ ਮਿੱਟੀ। ਜਲੋੜੀ ਮਿੱਟੀ ਦੇਸ਼ ਦੇ ਲਗਭਗ 45% ਹਿੱਸੇ ਤੇ ਪਾਈ ਜਾਂਦੀ ਹੈ। ਇਹ ਜਿਹੜੀ ਮਿੱਟੀ ਦੀ ਕਿਸਮ ਹੈਗੀ ਆ, ਸਾਡੀ ਖੇਤੀਬਾੜੀ ਨੂੰ ਪ੍ਰਫੁੱਲਿਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ। ਭਾਵ ਇਹ ਕਿ ਇਹਦਾ ਬਹੁਤ ਹੀ ਵੱਡਾ ਯੋਗਦਾਨ ਹੁੰਦਾ ਹੈ ਬਹੁਤ ਜ਼ਿਆਦਾ ਮਾਤਰਾ ਵਿੱਚ ਫਸਲਾਂ ਗਰੋ ਕਰਨ ਦੇ ਵਿੱਚ। ਤੇ ਇਹ ਮਿੱਟੀ ਬਣਦੀ ਕਿਵੇਂ ਹੈ ਜੀ? ਇਹ ਨਦੀਆਂ ਅਤੇ ਦਰਿਆਵਾਂ ਦੇ ਪਾਣੀ ਦੁਆਰਾ ਲਿਆ ਕੇ ਜਮ੍ਹਾਂ ਕੀਤੀ ਹੋਈ ਮਿੱਟੀ ਹੁੰਦੀ ਹੈ। ਭਾਰਤ ਦੇ ਉਪਜਾਊ ਉੱਤਰੀ ਮੈਦਾਨਾਂ ਵਿੱਚ ਮੁੱਖ ਤੌਰ ਤੇ ਜਲੋੜ ਕਿਸਮ ਦੀ ਮਿੱਟੀ ਹੀ ਵੇਖਣ ਨੂੰ ਮਿਲਦੀ ਹੈ। ਅੱਗੇ ਵੇਖੋ ਜੀ, ਮਿੱਟੀ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ? ਮਿੱਟੀ ਦੀ ਜੇਕਰ ਆਪਾਂ ਸਾਂਭ ਸੰਭਾਲ ਦੀ ਗੱਲ ਕਰਦੇ ਹਾਂ, ਕਿਉਂਕਿ ਮਿੱਟੀ ਜੇਕਰ ਇੱਕ ਥਾਂ ਤੋਂ ਦੂਜੀ ਥਾਂ ਤੇ ਚਲੀ ਗਈ ਖੁਰ ਕੇ, ਮੰਨ ਲਓ ਮੀਂਹ ਬਹੁਤ ਜ਼ਿਆਦਾ ਪੈ ਗਿਆ, ਮੀਂਹ ਜ਼ਿਆਦਾ ਪੈਣ ਕਰਕੇ ਧਰਤੀ ਦੀ ਜਿਹੜੀ ਉੱਪਰਲੀ ਪਰਤ ਹੈਗੀ ਹੈ ਮਿੱਟੀ ਦੀ, ਉਹਨੇ ਤਾਂ ਰੁਲ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਚਲ ਜਾਣਾ ਆ ਤੇ ਦੂਜੀ ਵਾਰ ਤੁਸੀਂ ਉੱਤੇ ਫਸਲਾਂ ਉਗਾ ਨਹੀਂ ਸਕਦੇ। ਸੋ ਤੁਸੀਂ ਉਹਦੀ ਸਾਂਭ ਸੰਭਾਲ ਕਰਨ ਲਈ ਕੀ ਕਰ ਸਕਦੇ ਹੋ? ਪਹਾੜਾਂ ਦੀਆਂ ਢਲਾਣ ਉੱਤੇ ਪੌਦੇ ਲਗਾ ਸਕਦੇ ਆ ਤਾਂ ਜੋ ਪਾਣੀ ਦੀ ਜਿਹੜੀ ਧਾਰ ਹੈਗੀ ਉਹ ਤੇਜ਼ ਚਾਲ ਨੂੰ ਉਹਦੀ ਨੂੰ ਰੋਕਿਆ ਜਾ ਸਕਦਾ। ਵਾਧੂ ਪਾਣੀ ਦਾ ਜਿਹੜਾ ਨਿਕਾਸ ਕਰਕੇ ਮਿੱਟੀ ਨੂੰ ਸੇਮ ਦੀ ਸਮੱਸਿਆ ਤੋਂ ਰੋਕਿਆ ਜਾ ਸਕਦਾ ਹੈ। ਹੜ੍ਹਾਂ ਨੂੰ ਨਦੀਆਂ ਤੇ ਬੰਨ ਲਗਾ ਕੇ ਵੀ ਰੋਕਣਾ ਚਾਹੀਦਾ ਹੈ। ਖੇਤੀ ਕਰਨ ਲਈ ਵਧੀਆ ਢੰਗ ਦੇ ਜਿਹੜੇ ਤਰੀਕੇ ਹੈਗੇ ਆ ਉਹ ਵਰਤੇ ਜਾਣੇ ਚਾਹੀਦੇ ਆ, ਜਿਹਦੇ ਕਰਕੇ ਆਪਾਂ ਮਿੱਟੀ ਦੀ ਸਾਂਭ ਸੰਭਾਲ ਕਰ ਸਕਦੇ ਹਾਂ। ਪਾਣੀ ਦੇ ਸੋਮਿਆਂ ਵਿੱਚੋਂ ਦਰਿਆ ਅਤੇ ਨਦੀਆਂ ਦੀ ਮਹੱਤਤਾ ਬਾਰੇ ਲਿਖੋ। ਪੁਰਾਣੇ ਸਮਿਆਂ ਤੋਂ ਹੀ ਦਰਿਆਵਾਂ ਅਤੇ ਨਦੀਆਂ ਦੇ ਕਿਨਾਰੇ ਹੀ ਮਨੁੱਖੀ ਬਸੇਰੇ ਦੀ ਸ਼ੁਰੂਆਤ ਹੋਈ।
ਹੁਣ ਮਨੁੱਖ ਨੇ ਇਹਨਾਂ ਦਰਿਆਵਾਂ ਅਤੇ ਨਦੀਆਂ ਤੇ ਬੰਨ ਬਣਾ ਕੇ ਆਪਣੀ ਜ਼ਰੂਰਤ ਲਈ ਨਹਿਰਾਂ ਦਾ ਨਿਰਮਾਣ ਕੀਤਾ ਹੈ। ਇਹਨਾਂ ਨਹਿਰਾਂ ਦਾ ਜਿਹੜਾ ਪਾਣੀ ਹੈ ਖੇਤੀਬਾੜੀ ਅਤੇ ਹੋਰ ਕੰਮਾਂ ਲਈ ਵਰਤਿਆ ਜਾਂਦਾ ਹੈ। ਪਾਣੀ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ? ਪਾਣੀ ਦੀ ਸਾਂਭ ਸੰਭਾਲ ਕਰਨ ਲਈ ਆਪਾਂ ਨੂੰ ਪਾਣੀ ਨੂੰ ਲੋੜ ਤੋਂ ਜ਼ਿਆਦਾ ਨਾ ਵਰਤਿਆ ਜਾਵੇ। ਸਿੰਚਾਈ ਲਈ ਨਵੇਂ ਤਰੀਕੇ ਜਿਵੇਂ ਕਿ ਫੁਹਾਰਾ ਪ੍ਰਣਾਲੀ, ਸਪ੍ਰਿੰਕਲ ਸਿਸਟਮ ਜਿਹੜਾ ਹੁੰਦਾ ਹੈ ਉਹਦੀ ਵਰਤੋਂ ਕਰ ਸਕਦੇ ਹਾਂ। ਵਰਖਾ ਦੇ ਪਾਣੀ ਨੂੰ ਬੰਨ ਬਣਾ ਕੇ ਜਮ੍ਹਾਂ ਕਰਕੇ ਬਾਅਦ ਵਿੱਚ ਵਰਤਿਆ ਜਾ ਸਕਦਾ ਹੈ। ਵਰਖਾ ਦੇ ਪਾਣੀ ਨੂੰ ਜ਼ਮੀਨੀ ਬੋਰਾਂ ਰਾਹੀਂ ਪਾਣੀ ਦਾ ਜਿਹੜਾ ਪੱਧਰ ਹੈਗਾ ਉੱਚਾ ਚੁੱਕਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਅਗਲਾ ਪ੍ਰਸ਼ਨ ਵੇਖੋ ਜੀ, ਪਤਝੜ ਜੰਗਲਾਂ ਤੇ ਇੱਕ ਨੋਟ ਲਿਖੋ। ਪਤਝੜ ਜੰਗਲ ਉਹ ਜੰਗਲ ਹਨ ਜਿਨ੍ਹਾਂ ਦਰਖਤਾਂ ਦੇ ਪੱਤੇ ਇੱਕ ਮੌਸਮ ਵਿੱਚ ਝੜ ਜਾਂਦੇ ਹਨ। ਬਸੰਤ ਰੁੱਤ ਵਿੱਚ ਪੱਤੇ ਦੁਬਾਰਾ ਆ ਜਾਂਦੇ ਹਨ। ਇਸ ਤਰ੍ਹਾਂ ਦੀ ਬਨਸਪਤੀ ਦੱਖਣੀ ਭਾਰਤ ਵਿੱਚ ਜ਼ਿਆਦਾ ਮਿਲਦੀ ਹੈ। ਲੱਕੜ ਦੀ ਪ੍ਰਾਪਤੀ ਪੱਖੋਂ ਇਹ ਜੰਗਲ ਬਹੁਤ ਮਹੱਤਤਾ ਰੱਖਦੇ ਹਨ। ਇਹਨਾਂ ਜੰਗਲਾਂ ਤੋਂ ਸਾਨੂੰ ਮੁੱਖ ਤੌਰ ਤੇ ਸਾਲ, ਟੀਕ, ਬਾਂਸ, ਟਾਹਲੀ ਆਦਿ ਜਿਹੜੇ ਕਿਸਮ ਦੇ ਜਿਹੜੀ ਲੱਕੜ ਹੈਗੀ ਆ ਉਹ ਮਿਲਦੀ ਹੈ। ਇਹਨਾਂ ਨੂੰ ਯਾਦ ਕਰ ਲਿਓ। ਪਤਝੜ ਜੰਗਲਾਂ ਤੋਂ ਆਪਾਂ ਨੂੰ ਸਾਲ, ਟੀਕ, ਬਾਂਸ ਤੇ ਟਾਹਲੀ ਆਦਿ ਕਿਸਮ ਦੀ ਲੱਕੜ ਮਿਲਦੀ ਹੈ। ਜੰਗਲੀ ਜੀਵਾਂ ਦੇ ਬਚਾਅ ਅਤੇ ਸਾਂਭ ਸੰਭਾਲ ਲਈ ਸਰਕਾਰ ਨੇ ਕੀ ਕਦਮ ਚੁੱਕੇ ਆ ਜੀ? ਇਹਦੇ ਬਾਰੇ ਦੱਸੋ ਤੁਸੀਂ। 1952 ਵਿੱਚ ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦੀ ਸਥਾਪਨਾ ਕੀਤੀ ਗਈ ਸੀ। ਭਾਰਤੀ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ ਸੀਗੀ? 1952 ਵਿੱਚ। ਕਿਉਂ ਕੀਤੀ ਗਈ ਸੀਗੀ? ਜੰਗਲੀ ਜੀਵਾਂ ਦੀ ਰੱਖਿਆ ਲਈ ਕਹਿ ਸਕਦੇ ਹਾਂ ਆਪਾਂ, ਜਾਂ ਫਿਰ ਸਾਂਭ ਸੰਭਾਲ ਲਈ। ਫਿਰ 1972 ਵਿੱਚ ਅਤੇ ਫਿਰ 2002 ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਐਕਟ ਪਾਸ ਕੀਤੇ ਗਏ। ਬਹੁਤ ਸਾਰੇ ਕੌਮੀ ਪਾਰਕਾਂ ਅਤੇ ਜੰਗਲੀ ਜੀਵ ਪਨਾਹਗਾਹਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਐਂਡ ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਅਗਲੇ ਪਾਠ ਦੇ ਉੱਤੇ। ਅਗਲੇ ਪਾਠ ਦਾ ਨਾਮ ਹੈਗਾ ਜੀ ਖਣਿਜ ਅਤੇ ਸ਼ਕਤੀ ਸਾਧਨ। ਖਣਿਜ ਪਦਾਰਥਾਂ ਦੀ ਪਰਿਭਾਸ਼ਾ ਲਿਖੋ ਜੀ। ਖਣਿਜ ਪਦਾਰਥ ਉਹ ਕੁਦਰਤੀ ਪਦਾਰਥ ਹਨ ਜਿਹੜੇ ਇੱਕ ਜਾਂ ਜ਼ਿਆਦਾ ਤੱਤਾਂ ਤੋਂ ਬਣੇ ਹੁੰਦੇ ਹਨ ਅਤੇ ਧਰਤੀ ਵਿੱਚੋਂ ਹੀ ਨਿਕਲਦੇ ਹਨ। ਇਹਨਾਂ ਨੂੰ ਆਪਾਂ ਖਣਿਜ ਪਦਾਰਥਾਂ ਦਾ ਨਾਮ ਦਿੰਦੇ ਹਾਂ। ਭਾਰਤ ਵਿੱਚ ਕੱਚਾ ਲੋਹਾ ਕਿੱਥੇ ਕਿੱਥੇ ਮਿਲਦਾ ਹੈ? ਭਾਰਤ ਵਿੱਚ ਕੱਚਾ ਲੋਹਾ ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਗੋਆ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਅਤੇ ਤਾਮਿਲਨਾਡੂ ਆਦਿ ਸ਼ਹਿਰਾਂ ਵਿੱਚ ਕਹਿ ਸਕਦੇ ਹਾਂ ਰਾਜਾਂ ਵਿੱਚ ਵੇਖਣ ਨੂੰ ਮਿਲਦਾ ਹੈ ਜੇਕਰ ਆਪਾਂ ਕੱਚੇ ਲੋਹੇ ਦੀ ਗੱਲ ਕਰਦੇ ਹਾਂ। ਇੱਕ ਵਾਰ ਫਿਰ ਤੋਂ ਜੀ, ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਗੋਆ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਅਤੇ ਤਾਮਿਲਨਾਡੂ। ਤਾਂਬੇ ਦੀ ਵਰਤੋਂ ਕਿੱਥੇ ਕਿੱਥੇ ਕੀਤੀ ਜਾਂਦੀ ਹੈ? ਤਾਂਬੇ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਕਾਪਰ ਦੀ, ਤਾਂਬੇ ਦੀ ਵਰਤੋਂ ਭਾਂਡੇ ਬਣਾਉਣ ਵਿੱਚ, ਸਿੱਕੇ ਬਣਾਉਣ ਵਿੱਚ, ਬਿਜਲੀ ਦੀਆਂ ਜਿਹੜੀਆਂ ਤਾਰਾਂ ਹੁੰਦੀਆਂ ਨੇ, ਹੋਰ ਬਿਜਲੀ ਉਪਕਰਨ ਜਿਹੜੇ ਹੁੰਦੇ ਨੇ ਜੀ ਉਹਨਾਂ ਵਿੱਚ ਤਾਂਬੇ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਵਿੱਚ ਸੋਨਾ ਦੀਆਂ ਪ੍ਰਸਿੱਧ ਖਾਣਾਂ ਦੇ ਨਾਮ ਲਿਖੋ। ਜਿਹੜੀਆਂ ਖਾਣਾਂ ਹੁੰਦੀਆਂ ਨੇ ਜੀ ਭਾਰਤ ਵਿੱਚ ਸੋਨੇ ਦੀਆਂ, ਉਹਦੇ ਤੁਸੀਂ ਜਿਹੜੀਆਂ ਪ੍ਰਸਿੱਧ ਨੇ ਜੀ ਉਹਨਾਂ ਦੇ ਨਾਮ ਲਿਖਣੇ ਆ। ਇੱਕ ਤਾਂ ਹੈਗਾ ਜੀ ਕੋਲਾਰ, ਹੱਟੀ ਕਰਨਾਟਕ ਦੇ ਵਿੱਚ ਹੈ ਜੀ, ਰਾਮਗਿਰੀ ਇਹ ਵੀ ਆਂਧਰਾ ਪ੍ਰਦੇਸ਼ ਵਿੱਚ ਥਾਂ ਵੇਖਣ ਨੂੰ ਮਿਲਦੀ ਹੈ। ਇੱਕ ਤੁਸੀਂ KGF ਮੂਵੀ ਜ਼ਰੂਰ ਵੇਖੀ ਹੋਊਗੀ, ਕੋਲਾਰ 골ਡ ਮਾਈਨਸ ਵੇਖੀ ਹੈ ਨਾ, ਤੁਸੀਂ ਸਾਰਿਆਂ ਨੇ ਵੇਖੀ ਹੋਊਗੀ। ਸੋ ਇੱਥੇ ਜਿਹੜਾ ਕੋਲਾਰ 골ਡ ਮਾਈਨਸ, ਕੋਲਾਰ ਦੀ ਇੱਥੇ ਗੱਲ ਕੀਤੀ ਗਈ ਹੈ, ਕੋਲਾਰ, ਠੀਕ ਹੈ ਜੀ, ਕੋਲਾਰ ਇਹਦੀ ਹੀ ਗੱਲ ਕੀਤੀ ਗਈ ਹੈ। ਹੱਟੀ ਤੇ ਰਾਮਗਿਰੀ ਵੀ ਤੁਸੀਂ ਯਾਦ ਕਰ ਲਿਓ। ਪਰਮਾਣੂ ਖਣਿਜ ਪਦਾਰਥਾਂ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ? ਪਰਮਾਣੂ ਖਣਿਜ ਪਦਾਰਥਾਂ ਦੀ ਵਰਤੋਂ ਬੜੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਇਹ ਪਦਾਰਥ ਸਿਰਫ ਦੇਸ਼ ਦੀ ਉન્નਤੀ ਵਾਸਤੇ ਊਰਜਾ ਪੈਦਾ ਕਰਨ ਲਈ ਹੀ ਵਰਤੋਂ ਵਿੱਚ ਲਿਆਂਦੇ ਜਾਣੇ ਚਾਹੀਦੇ ਹਨ, ਨਾ ਕਿ ਤਬਾਹੀ ਅਤੇ ਪ੍ਰਦੂਸ਼ਣ ਲਈ। ਸ਼ਕਤੀ ਦੇ ਨਵੇਂ ਸਾਧਨ ਕਿਹੜੇ-ਕਿਹੜੇ ਹਨ? ਸ਼ਕਤੀ ਦੇ ਨਵੇਂ ਸਾਧਨਾਂ ਵਿੱਚ ਸੂਰਜੀ ਸ਼ਕਤੀ, ਪੌਣ ਸ਼ਕਤੀ, ਸਮੁੰਦਰੀ ਲਹਿਰਾਂ, ਜਵਾਰ ਭਾਟਾ ਸ਼ਕਤੀ, ਗੋਬਰ ਗੈਸ ਊਰਜਾ ਅਤੇ ਵਿਅਰਥ ਪਦਾਰਥਾਂ ਤੋਂ ਗੈਸ ਦੇ ਰੂਪ ਵਿੱਚ ਸ਼ਕਤੀ ਆਦਿ ਸ਼ਾਮਿਲ ਹੈ। ਕੋਲੇ ਦੀਆਂ 4 ਕਿਸਮਾਂ ਦੇ ਨਾਮ ਲਿਖੋ। ਜਿਹੜਾ ਕੋਲਾ ਹੁੰਦਾ ਹੈ ਇਹ 4 ਕਿਸਮਾਂ ਦਾ ਹੁੰਦਾ ਹੈ, ਐਂਥਰੇਸਾਈਟ, ਬਿਟੂਮਿਨਸ, ਲਿਗਨਾਈਟ ਤੇ ਪੀਟ। ਅੱਗੇ ਵੇਖੋ, ਬਹੁ ਉਦੇਸ਼ੀ ਪ੍ਰੋਜੈਕਟ ਕੀ ਹੁੰਦੇ ਹਨ? ਡੈਮ ਜਾਂ ਪ੍ਰੋਜੈਕਟ ਜੋ ਬਿਜਲੀ ਤਿਆਰ ਕਰਨ ਲਈ ਲਗਾਏ ਜਾਂਦੇ ਹਨ ਉਹਨਾਂ ਨੂੰ ਬਹੁ ਉਦੇਸ਼ੀ ਪ੍ਰੋਜੈਕਟ ਕਿਹਾ ਜਾਂਦਾ ਹੈ। ਕੱਚਾ ਲੋਹਾ ਮੁੱਖ ਤੌਰ ਤੇ ਕਿਹੜੇ ਦੇਸ਼ਾਂ ਵਿੱਚ ਮਿਲਦਾ ਹੈ? ਇਸ ਦੀਆਂ ਕਿਸਮਾਂ ਦੇ ਨਾਮ ਲਿਖੋ। ਸੰਸਾਰ ਵਿੱਚ ਕੱਚਾ ਲੋਹਾ ਮੁੱਖ ਤੌਰ ਤੇ ਰੂਸ ਅਤੇ ਇਸ ਦੇ ਗੁਆਂਢੀ ਦੇਸ਼ ਆਸਟ੍ਰੇਲੀਆ, ਬ੍ਰਾਜ਼ੀਲ, ਸੰਯੁਕਤ ਰਾਜ ਅਮਰੀਕਾ ਦੇਸ਼ਾਂ ਵਿੱਚੋਂ ਮਿਲਦਾ ਹੈ। ਹੈਮੇਟਾਈਟ ਅਤੇ ਮੈਗਨੇਟਾਈਟ ਕੱਚੇ ਲੋਹੇ ਦੀਆਂ ਮੁੱਖ ਕਿਸਮਾਂ ਹਨ। ਅੱਗੇ ਵੇਖਦੇ ਹਾਂ ਜੀ, ਬੌਕਸਾਈਟ ਦੀ ਮਹੱਤਤਾ ਤੇ ਨੋਟ ਲਿਖੋ। ਬੌਕਸਾਈਟ ਇੱਕ ਮਹੱਤਵਪੂਰਨ ਕੱਚੀ ਧਾਤ ਹੈ ਜਿਸ ਤੋਂ ਐਲੂਮੀਨੀਅਮ ਬਣਾਇਆ ਜਾਂਦਾ ਹੈ।
ਇਹ ਚਿਕਣੀ ਮਿੱਟੀ ਵਰਗੀ ਧਾਤ ਹੈ। ਐਲੂਮੀਨੀਅਮ ਨੂੰ ਬਹੁਤ ਸਾਰੇ ਉਦਯੋਗਾਂ ਵਿੱਚ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਬਰਤਨ, ਬਿਜਲੀ ਦੀਆਂ ਤਾਰਾਂ, ਮੋਟਰ ਗੱਡੀਆਂ, ਸਮੁੰਦਰੀ ਜਹਾਜ਼ ਅਤੇ ਹਵਾਈ ਜਹਾਜ਼ ਬਣਾਉਣ ਵਿੱਚ ਕੀਤੀ ਜਾਂਦੀ ਹੈ। ਕੁਦਰਤੀ ਗੈਸ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ ਅਤੇ ਇਸ ਦੇ ਮੁੱਖ ਖੇਤਰ ਸਾਡੇ ਦੇਸ਼ ਵਿੱਚ ਕਿਹੜੇ-ਕਿਹੜੇ ਹਨ? ਕੁਦਰਤੀ ਗੈਸ ਸ਼ਕਤੀ ਦਾ ਇੱਕ ਬਹੁਤ ਵੱਡਾ ਸਾਧਨ ਹੈ। ਇਸ ਗੈਸ ਦੀ ਵਰਤੋਂ ਘਰਾਂ ਵਿੱਚ, ਗੱਡੀਆਂ ਚਲਾਉਣ ਵਿੱਚ ਅਤੇ ਹੋਰ ਉਦਯੋਗਾਂ ਵਿੱਚ ਕੀਤੀ ਹੁੰਦੀ ਹੈ, ਉਦਯੋਗਾਂ ਵਿੱਚ ਹੁੰਦੀ ਹੈ। ਭਾਰਤ ਵਿੱਚ ਇਹ ਕ੍ਰਿਸ਼ਨਾ ਗੋਦਾਵਰੀ ਬੇਸਿਨ, ਉੜੀਸਾ ਦੇ ਨੇੜੇ ਬੰਗਾਲ ਦੀ ਖਾੜੀ ਵਿੱਚ, ਰਾਜਸਥਾਨ ਦੇ ਬਾੜਮੇਰ ਖੇਤਰ ਕੁਦਰਤੀ ਗੈਸ ਲਈ ਪ੍ਰਸਿੱਧ ਹਨ। ਅੱਗੇ ਵੇਖੋ ਜੀ, ਪਣ ਬਿਜਲੀ ਤਿਆਰ ਕਰਨ ਲਈ ਲੋੜੀਂਦੇ ਤੱਤਾਂ ਬਾਰੇ ਲਿਖੋ। ਪਣ ਬਿਜਲੀ ਤਿਆਰ ਕਰਨ ਲਈ ਨਿਮਨਲਿਖਿਤ ਤੱਤ ਲੋੜੀਂਦੇ ਹਨ। ਪਾਣੀ ਸਾਧਨ ਸਾਰਾ ਸਾਲ ਹੀ ਉਪਲਬਧ ਹੋਵੇ। ਪਾਣੀ ਦੇ ਰਸਤੇ ਵਿੱਚ ਲੋੜੀਂਦੀ ਢਲਾਣ ਜਾਂ ਬੰਨ ਬਣਾਉਣ ਲਈ ਉਚਾਈ ਹੋਵੇ। ਬਿਜਲੀ ਬਣਾਉਣ ਲਈ ਪਾਣੀ ਲੋੜੀਂਦੀ ਮਾਤਰਾ ਵਿੱਚ ਉਪਲਬਧ ਹੋਵੇ। ਬੰਨ ਦੇ ਪਿਛਲੇ ਪਾਸੇ ਪਾਣੀ ਦੇ ਭੰਡਾਰ ਜਾਂ ਝੀਲ ਵਾਸਤੇ ਲੋੜੀਂਦੀ ਜਗ੍ਹਾ ਹੋਵੇ। ਇਸ ਦੇ ਨਾਲ ਹੀ ਇਲਾਕੇ ਵਿੱਚ ਬਿਜਲੀ ਦੀ ਮੰਗ ਹੋਵੇ। ਫਿਰ ਹੀ ਤੁਸੀਂ ਪਾਣੀ ਬਿਜਲੀ ਤਿਆਰ ਕਰਨ ਲਈ ਤਿਆਰ ਕਰ ਸਕਦੇ ਹੋ। ਅੱਗੇ ਵੇਖੋ, ਸ਼ਕਤੀ ਸਾਧਨ ਕਿਹੜੇ-ਕਿਹੜੇ ਹਨ? ਦੇਸ਼ ਦੇ ਵਿਕਾਸ ਵਿੱਚ ਇਹਨਾਂ ਦਾ ਕੀ ਯੋਗਦਾਨ ਹੈ? ਕੋਈ 2 ਸ਼ਕਤੀ ਸਾਧਨਾਂ ਬਾਰੇ ਵਿਸਤਾਰਪੂਰਵਕ ਲਿਖੋ। ਸ਼ਕਤੀ ਦੇ ਸਾਧਨਾਂ ਵਿੱਚ ਕੋਲਾ, ਤੇਲ, ਕੁਦਰਤੀ ਗੈਸ ਅਤੇ ਬਿਜਲੀ ਆਦਿ ਮੁੱਖ ਹਨ। ਸ਼ਕਤੀ ਦੇ ਨਵੇਂ ਸਾਧਨਾਂ ਵਿੱਚ ਸੂਰਜੀ ਊਰਜਾ, ਪੌਣ ਸ਼ਕਤੀ, ਸਮੁੰਦਰੀ ਲਹਿਰਾਂ, ਜਵਾਰ ਭਾਟਾ ਸ਼ਕਤੀ, ਧਰਤੀ ਹੇਠਲੀ ਤਾਪ ਊਰਜਾ, ਜਿਓਥਰਮਲ ਜਿਹਨੂੰ ਕਹਿ ਦਿੰਦੇ ਆ, ਅਤੇ ਗੋਬਰ ਗੈਸ ਊਰਜਾ ਆਦਿ ਸ਼ਾਮਿਲ ਹਨ। ਦੇਸ਼ ਦੇ ਵਿਕਾਸ ਵਿੱਚ ਇਹਨਾਂ ਦਾ ਵਿਸ਼ੇਸ਼ ਮਹੱਤਵ ਹੈ। ਘਰ ਦੇ ਚੁੱਲ੍ਹੇ ਤੋਂ ਲੈ ਕੇ ਵੱਡੇ ਉਦਯੋਗਾਂ ਨੂੰ ਚਲਾਉਣ ਵਿੱਚ ਇਸ ਦੀ ਜਿਹੜੀ ਵਰਤੋਂ ਹੈਗੀ ਆ ਉਹ ਕੀਤੀ ਜਾਂਦੀ ਹੈ। ਕੋਲਾ ਕਾਲੇ ਜਾਂ ਭੂਰੇ ਰੰਗ ਦਾ ਜੈਵਿਕ ਪਦਾਰਥ ਹੈ। ਇਸ ਨੂੰ ਤਾਪ ਜਾਂ ਰੌਸ਼ਨੀ ਜਾਂ ਦੋਨੋਂ ਕੰਮਾਂ ਦੇ ਪ੍ਰਯੋਗ ਵਿੱਚ ਲਿਆਂਦਾ ਜਾਂਦਾ ਹੈ। ਕੋਲਾ ਘਰੇਲੂ ਵਰਤੋਂ ਤੋਂ ਲੈ ਕੇ ਵੱਡੇ ਉਦਯੋਗਾਂ ਅਤੇ ਰੇਲ ਗੱਡੀਆਂ ਚਲਾਉਣ ਵਾਸਤੇ ਵਰਤਿਆ ਜਾਂਦਾ ਹੈ। ਕੋਲੇ ਦੀ ਵਰਤੋਂ ਤਾਪ ਘਰਾਂ ਵਿੱਚ ਬਿਜਲੀ ਬਣਾਉਣ ਲਈ ਕੀਤੀ ਜਾਂਦੀ ਹੈ। ਧਰਤੀ ਨੂੰ ਪੁੱਟ ਕੇ ਕੋਲੇ ਦੀਆਂ ਖਾਣਾਂ ਤੱਕ ਪਹੁੰਚਾਇਆ ਜਾਂਦਾ ਹੈ। ਕੋਲਾ ਧਰਤੀ ਦੇ ਹੇਠਾਂ ਤਹਿਦਾਰਾਂ ਚੱਟਾਨਾਂ ਵਿੱਚੋਂ ਮਿਲਦਾ ਹੈ। ਕੋਲੇ ਦੀਆਂ ਕਿਸਮਾਂ ਵਿੱਚੋਂ ਐਂਥਰੇਸਾਈਡ ਸਭ ਤੋਂ ਵਧੀਆ ਅਤੇ ਪੀਟ ਸਭ ਤੋਂ ਮਾੜੀ ਕਿਸਮ ਦਾ ਕੋਲਾ ਹੁੰਦਾ ਹੈ। ਪੈਟਰੋਲੀਅਮ ਦੀ ਜੇਕਰ ਆਪਾਂ ਗੱਲ ਕਰੀਏ, ਪੈਟਰੋਲੀਅਮ ਜਾਂ ਖਣਿਜ ਤੇਲ ਧਰਤੀ ਦੀਆਂ ਤਹਿਦਾਰ ਚੱਟਾਨਾਂ ਵਿੱਚੋਂ ਨਿਕਲਦਾ ਹੈ। ਅੱਜ ਦੇ ਮਸ਼ੀਨੀ ਯੁੱਗ ਵਿੱਚ ਪੈਟਰੋਲੀਅਮ ਪਦਾਰਥਾਂ ਦੀ ਖਾਸ ਮਹੱਤਤਾ ਹੈ। ਇਸ ਪੈਟਰੋਲੀਅਮ ਨੂੰ ਤਰਲ ਸੋਨੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਜਿਹੜੀ ਵਰਤੋਂ ਹੈਗੀ ਆ ਉਹ ਬਹੁਤ ਸਾਰੀਆਂ ਮਸ਼ੀਨਾਂ, ਆਵਾਜਾਈ ਦੇ ਸਾਧਨਾਂ ਅਤੇ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ। ਧਰਤੀ ਵਿੱਚ ਜੋ ਤੇਲ ਨਿਕਲਦਾ ਹੈ ਉਹ ਸਿੱਧੇ ਤੌਰ ਤੇ ਵਰਤਣ ਦੇ ਯੋਗ ਨਹੀਂ ਹੁੰਦਾ। ਇਸ ਨੂੰ ਕੱਚਾ ਤੇਲ ਕਹਿੰਦੇ ਹਨ। ਕੱਚੇ ਤੇਲ ਨੂੰ ਤੇਲ ਸ਼ੋਧਕ ਜਿਹੜੇ ਕਾਰਖਾਨੇ ਹੁੰਦੇ ਆ, ਆਇਲ ਰਿਫਾਈਨਰੀਜ਼ ਦੀ ਗੱਲ ਕਰ ਰਹੇ ਆ, ਵਿੱਚ ਲਿਜਾ ਕੇ ਸਾਫ਼ ਕੀਤਾ ਜਾਂਦਾ ਹੈ। ਤੇ ਆਪਾਂ ਇਸ ਦੇ ਨਾਲ ਹੀ ਚੱਲਦੇ ਹਾਂ ਅੱਜ ਦੇ ਅਗਲੇ ਪਾਠ ਦੇ ਉੱਤੇ। ਇਹ ਪਾਠ ਹੁੰਦਾ ਹੈ ਤੁਹਾਡਾ ਖਤਮ। ਹੁਣ ਅਗਲੇ ਪਾਠ ਦਾ ਨਾਮ ਹੈਗਾ ਜੀ ਸਾਡੀ ਖੇਤੀਬਾੜੀ। ਖੇਤੀਬਾੜੀ ਤੋਂ ਤੁਹਾਡਾ ਕੀ ਭਾਵ ਹੈ? ਖੇਤੀਬਾੜੀ ਦਾ ਅਰਥ ਹੈ ਫਸਲਾਂ ਪੈਦਾ ਕਰਨਾ। ਪਸ਼ੂ ਪਾਲਣ ਅਤੇ ਖੇਤੀਬਾੜੀ ਨਾਲ ਸੰਬੰਧਿਤ ਧੰਦਿਆਂ ਨੂੰ ਅਪਣਾਉਣਾ। ਠੀਕ ਹੈ ਜੀ, ਜਿਵੇਂ ਕਿ ਮੱਛੀ ਪਾਲਣ ਹੋ ਗਿਆ, ਬੀ ਦਾ ਜੋ ਤੁਹਾਡੀ ਹੁੰਦੀ ਹੈ ਜੀ, ਇਹਨਾਂ ਸਾਰਿਆਂ ਨੂੰ ਹੀ ਆਪਾਂ ਖੇਤੀਬਾੜੀ ਵਿੱਚ ਹੀ ਐਡ ਕਰਦੇ ਹਾਂ। ਸੋ ਖੇਤੀਬਾੜੀ ਨੂੰ ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ? ਖੇਤੀਬਾੜੀ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਕਾਰਕ ਨੇ, ਜਿਵੇਂ ਕਿ ਪਹਿਲਾਂ ਤਾਂ ਹੈ ਜੀ ਜਲਵਾਯੂ, ਧਰਾਤਲ, ਮਿੱਟੀ, ਸਿੰਚਾਈ ਸਹੂਲਤਾਂ, ਖੇਤੀ ਕਰਨ ਦੇ ਜਿਹੜੇ ਢੰਗ ਨੇ, ਮੰਡੀ ਦੀ ਸਹੂਲਤ, ਆਵਾਜਾਈ ਦੇ ਸਾਧਨ, ਬੈਂਕ ਆਦਿ ਖੇਤੀਬਾੜੀ ਨੂੰ ਪ੍ਰਭਾਵਿਤ ਕਰਦੇ ਨੇ। ਠੀਕ ਹੈ ਜੀ, ਅੱਗੇ ਵੇਖੋ, ਅਨਾਜ ਫਸਲਾਂ ਦੇ ਨਾਮ ਲਿਖੋ। ਗ੍ਰੇਨ ਫਸਲਾਂ ਕਹਿ ਦਿੰਦੇ ਆਪਾਂ ਇਹਨਾਂ ਨੂੰ। ਚਾਵਲ, ਕਣਕ, ਮੱਕੀ, ਜਵਾਰ, ਬਾਜਰਾ, ਦਾਲਾਂ, ਤੇਲਾਂ ਵਾਲੇ ਬੀਜ, ਇਹਨਾਂ ਨੂੰ ਆਪਾਂ ਅਨਾਜ ਫਸਲਾਂ ਕਹਿੰਦੇ ਆ। ਕੱਦੂ ਕਰਨਾ ਕਿਸ ਨੂੰ ਆਖਦੇ ਹਨ? ਜਿਸ ਖੇਤ ਵਿੱਚ ਚਾਵਲ ਲਗਾਉਣੇ ਹੋਣ ਉਸ ਨੂੰ ਵਾਹ ਕੇ, ਪਾਣੀ ਲਗਾ ਕੇ, ਸੁਹਾਗਾ ਆਦਿ ਮਾਰ ਕੇ ਤਿਆਰ ਕੀਤਾ ਜਾਂਦਾ ਹੈ। ਇਹ ਸਾਰੇ ਕੰਮ ਨੂੰ ਕੱਦੂ ਕਰਨਾ ਆਖਦੇ ਹਨ। ਮੱਕੀ ਤੋਂ ਕੀ ਤਿਆਰ ਕੀਤਾ ਜਾਂਦਾ ਹੈ? ਮੱਕੀ ਤੋਂ ਗਲੂਕੋਜ਼, ਸਟਾਰਚ, ਐਲਕੋਹਲ ਅਤੇ ਬਨਸਪਤੀ ਤੇਲ ਆਦਿ ਤਿਆਰ ਕੀਤਾ ਜਾਂਦਾ ਹੈ। ਰੇਸ਼ੇ ਦੀ ਲੰਬਾਈ ਦੇ ਆਧਾਰ ਤੇ ਕਪਾਹ ਨੂੰ ਆਪਾਂ ਕਿਹੜੀਆਂ ਕਿਸਮਾਂ ਦੀ ਆਪਾਂ ਵਿੱਚ ਵੰਡ ਕਰਦੇ ਹਾਂ? ਕਪਾਹ ਨੂੰ ਰੇਸ਼ੇ ਦੇ ਆਧਾਰ ਤੇ 3 ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਲੰਬੀ ਰੇਸ਼ੇ ਵਾਲੀ, ਮੱਧ ਦਰਜੇ ਦੇ ਰੇਸ਼ੇ ਵਾਲੀ, ਛੋਟੇ ਰੇਸ਼ੇ ਵਾਲੀ। ਪਟਸਨ ਤੋਂ ਕਿਹੜੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ?
ਪਟਸਨ ਦੀ ਵਰਤੋਂ ਰੱਸੇ, ਬੋਰੀਆਂ ਅਤੇ ਟਾਟ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ। ਚਾਹ ਦਾ ਜਿਹੜਾ ਪੌਦਾ ਹੈ ਕਿਸ ਤਰ੍ਹਾਂ ਦਾ ਹੁੰਦਾ ਹੈ? ਚਾਹ ਦਾ ਪੌਦਾ ਇੱਕ ਝਾੜੀ ਵਰਗਾ ਹੁੰਦਾ ਹੈ। ਇਸ ਪੌਦੇ ਦੇ ਪੱਤਿਆਂ ਤੋਂ ਚਾਹ ਪ੍ਰਾਪਤ ਕੀਤੀ ਜਾਂਦੀ ਹੈ। ਕੌਫੀ ਦੀਆਂ 3 ਕਿਸਮਾਂ ਦੇ ਨਾਮ ਲਿਖੋ। ਅਰੇਬਿਕ, ਰੋਬਸਟਾ, ਲਾਈਬੈਰਿਕਾ। ਸੋ ਇਹ ਕੁਝ ਕੌਫੀ ਦੀਆਂ ਕਿਸਮਾਂ ਨੇ, ਇਹਨਾਂ ਨੂੰ ਵੀ ਤੁਸੀਂ ਯਾਦ ਕਰ ਲਿਓ ਧਿਆਨ ਨਾਲ। ਅਰੇਬਿਕ, ਰੋਬਸਟਾ, ਲਾਈਬੈਰਿਕਾ। ਅੱਗੇ ਵੇਖੋ, ਖੇਤੀ ਦੀਆਂ ਕਿਸਮਾਂ ਦੇ ਨਾਂ ਦੱਸ ਕੇ ਸੰਘਣੀ ਅਤੇ ਵਿਸ਼ਾਲ ਖੇਤੀ ਵਿੱਚ ਅੰਤਰ ਲਿਖੋ। ਖੇਤੀ ਨਾ ਕਾਫੀ ਕਿਸਮਾਂ ਦੀ ਹੁੰਦੀ ਹੈ। ਸਥਾਈ ਖੇਤੀ ਤੋਂ ਬਾਅਦ ਸਥਾਨੰਤਰੀ ਖੇਤੀ, ਖੁਸ਼ਕ ਖੇਤੀ, ਗਿੱਲੀ ਖੇਤੀ, ਸੰਘਣੀ ਖੇਤੀ, ਵਿਸ਼ਾਲ ਖੇਤੀ, ਮਿਸ਼ਰਤ ਖੇਤੀ, ਬਾਗਬਾਨੀ ਕਿਸਮ ਦੀ ਖੇਤੀ, ਨਿੱਜੀ ਖੇਤੀ, ਸਹਿਕਾਰੀ ਖੇਤੀ, ਸਾਂਝੀ ਖੇਤੀ, ਬਗਾਤੀ ਖੇਤੀ, ਗੁਜਾਰੇਬੰਦੀ ਖੇਤੀ ਤੇ ਵਪਾਰਕ ਖੇਤੀ। ਸੰਘਣੀ ਖੇਤੀ ਤੇ ਵਿਸ਼ਾਲ ਖੇਤੀ ਦੀ ਜੇਕਰ ਆਪਾਂ ਗੱਲ ਕਰੀਏ, ਜਦੋਂ ਥੋੜੀ ਜ਼ਮੀਨ ਵਿੱਚ ਖਾਦਾਂ ਜਿਹੜੇ ਕਿ ਫਰਟੀਲਾਈਜ਼ਰਸ ਹੁੰਦੇ ਨੇ, ਸਿੰਚਾਈ ਸਾਧਨਾਂ ਦੀ ਵਰਤੋਂ ਨਾਲ ਜ਼ਿਆਦਾ ਝਾੜ ਲਿਆ ਜਾਂਦਾ ਹੈ, ਅਜਿਹੀ ਖੇਤੀ ਨੂੰ ਸੰਘਣੀ ਖੇਤੀ ਦਾ ਨਾਮ ਦਿੰਨੇ ਆ। ਵਿਸ਼ਾਲ ਖੇਤੀ, ਜਦੋਂ ਕਿਸਾਨ ਕੋਲ ਜ਼ਮੀਨ ਦਾ ਜਿਹੜਾ ਆਕਾਰ ਹੈ ਵੱਡਾ ਹੋਵੇ ਤਾਂ ਖੇਤੀ ਜ਼ਮੀਨਾਂ ਅਤੇ ਹੈਲੀਕਾਪਟਰ ਦੀ ਮਦਦ ਨਾਲ ਕੀਤੀ ਜਾਂਦੀ ਹੈ। ਇਸ ਕਿਸਮ ਦੀ ਖੇਤੀ ਨੂੰ ਵਿਸ਼ਾਲ ਖੇਤੀ ਕਿਹਾ ਜਾਂਦਾ ਹੈ। ਚਾਵਲ ਪੈਦਾ ਕਰਨ ਵਾਲੇ ਮੁੱਖ ਖੇਤਰ ਕਿਹੜੇ-ਕਿਹੜੇ ਹਨ? ਸੰਸਾਰ ਵਿੱਚ ਚੀਨ, ਭਾਰਤ, ਬੰਗਲਾਦੇਸ਼ ਅਤੇ ਜਾਪਾਨ ਆਦਿ ਦੇਸ਼ ਚਾਵਲ ਦੀ ਕਾਫੀ ਪੈਦਾਵਾਰ ਕਰਦੇ ਹਨ। ਚੀਨ ਸੰਸਾਰ ਦਾ 36% ਚਾਵਲ ਪੈਦਾ ਕਰਕੇ ਪਹਿਲੇ ਸਥਾਨ ਤੇ ਹੈ। ਭਾਰਤ ਚਾਵਲ ਦੀ ਪੈਦਾਵਾਰ ਵਿੱਚ ਸੰਸਾਰ ਵਿੱਚ ਦੂਜੇ ਸਥਾਨ ਤੇ ਹੈ। ਭਾਰਤ ਵਿੱਚ ਪੱਛਮੀ ਬੰਗਾਲ, ਬਿਹਾਰ, ਉੜੀਸਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਆਦਿ ਰਾਜ ਚਾਵਲ ਦੀ ਖੇਤੀ ਵਿੱਚ ਪ੍ਰਮੁੱਖ ਮੰਨੇ ਜਾਂਦੇ ਹਨ। ਪੰਜਾਬ ਵਿੱਚ ਕਪਾਹ ਦੀ ਜਿਹੜੀ ਪੈਦਾਵਾਰ ਹੈ ਉਹਦੇ ਤੇ ਇੱਕ ਨੋਟ ਲਿਖੋ। ਪੰਜਾਬ ਦੇ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਸੰਗਰੂਰ ਆਦਿ ਜ਼ਿਲ੍ਹੇ ਕਪਾਹ ਦੀ ਪੈਦਾਵਾਰ ਲਈ ਮਸ਼ਹੂਰ ਹਨ। ਪੰਜਾਬ ਵਿੱਚ ਬੀਟੀ ਕਾਟਨ ਜਿਹੜੇ ਬੀਜ ਨੇ ਜੀ ਉਹ ਚੰਗੇ ਨਤੀਜੇ ਦੇ ਰਿਹਾ ਹੈ। ਪੰਜਾਬ ਦੇ ਮਾਲਵਾ ਖੇਤਰ ਵਿੱਚ ਕਪਾਹ ਨੂੰ ਚਿੱਟਾ ਸੋਨਾ ਵੀ ਕਿਹਾ ਜਾਂਦਾ ਹੈ। ਕਿਹੜੇ ਖੇਤਰ ਵਿੱਚ? ਪੰਜਾਬ ਦੇ ਮਾਲਵਾ ਖੇਤਰ ਵਿੱਚ ਕਪਾਹ ਨੂੰ ਚਿੱਟਾ ਸੋਨਾ ਕਿਹਾ ਜਾਂਦਾ ਹੈ। ਚਾਹ ਅਤੇ ਕੌਫੀ ਦੇ ਪੌਦਿਆਂ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾਂਦੀ ਹੈ? ਚਾਹ ਦੇ ਪੌਦਿਆਂ ਨੂੰ ਸਾਫ਼ ਕੀਤੀਆਂ ਹੋਈਆਂ ਢਲਾਣਾਂ ਉੱਤੇ ਲਗਾਇਆ ਜਾਂਦਾ ਹੈ। ਪੌਦਿਆਂ ਦੇ ਸਹੀ ਵਿਕਾਸ ਲਈ ਖਾਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਵਰਖਾ ਦਾ ਜਿਹੜਾ ਪਾਣੀ ਹੈਗਾ ਆ ਪੌਦਿਆਂ ਦੀਆਂ ਜੜ੍ਹਾਂ ਵਿੱਚ ਖੜਾ ਨਹੀਂ ਹੋਣਾ ਚਾਹੀਦਾ। ਚਾਹ ਦੇ ਪੌਦੇ ਨੂੰ ਕਾਂਟ ਛਾਂਟ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਇਸ ਦਾ ਸਹੀ ਵਿਕਾਸ ਹੁੰਦਾ ਰਹੇ। ਕੌਫੀ ਦੇ ਪੌਦੇ ਪਹਿਲਾਂ ਨਰਸਰੀ ਵਿੱਚ ਉਗਾਏ ਜਾਂਦੇ ਹਨ। ਇੱਕ ਵਾਰ ਲਗਾਏ ਕੌਫੀ ਦੇ ਪੌਦੇ 30 ਸਾਲ ਤੱਕ ਫਲ ਦਿੰਦੇ ਹਨ, ਪਰੰਤੂ ਸਮੇਂ-ਸਮੇਂ ਤੇ ਕੌਫੀ ਦੇ ਖੇਤਾਂ ਵਿੱਚ ਖਾਦਾਂ, ਪੌਦਿਆਂ ਦੀ ਕਟਾਈ, ਛੰਗਾਈ ਅਤੇ ਸਿੰਚਾਈ ਦੀ ਲੋੜ ਪੈਂਦੀ ਹੈ। ਕੌਫੀ ਦੇ ਉੱਗਣ ਸਮੇਂ ਅਤੇ ਫਸਲ ਪੱਕਣ ਸਮੇਂ ਗਰਮ ਅਤੇ ਧੁੱਪ ਵਾਲਾ ਮੌਸਮ ਲੋੜੀਂਦਾ ਹੁੰਦਾ ਹੈ। ਕੌਫੀ ਦੀ ਉਚਾਈ ਲਗਭਗ ਜਿਹੜੀ 8 ਫੁੱਟ ਹੈਗੀ ਹੈ ਜੀ ਉਹ ਰੱਖੀ ਜਾਂਦੀ ਹੈ। ਅੱਗੇ ਵੇਖੋ, USA ਵਿੱਚ ਖੇਤੀਬਾੜੀ ਦੇ ਕੰਮਾਂ ਵਿੱਚ ਮਸ਼ੀਨਾਂ ਦੀ ਜਿਹੜੀ ਵਰਤੋਂ ਹੈ ਜੀ ਉਹਦੇ ਤੇ ਇੱਕ ਨੋਟ ਲਿਖਣਾ ਹੈ। USA ਦੇ ਇੱਕ ਫਾਰਮ ਦਾ ਔਸਤਨ ਜਿਹੜਾ ਆਕਾਰ ਹੈਗਾ ਉਹ ਕਿੰਨਾ ਹੈਗਾ ਜੀ? 700 ਏਕੜ ਹੈ। USA ਦੇ ਫਾਰਮਾਂ ਵਿੱਚ ਮਸ਼ੀਨਾਂ ਤੋਂ ਬਿਨਾਂ ਖੇਤੀ ਕਰਨਾ ਲਗਭਗ ਸੰਭਵ ਹੈ। ਇੱਕ ਫਾਰਮ ਵਿੱਚ ਇੱਕ ਹੀ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ। ਫਸਲ ਦੀ ਬਿਜਾਈ ਤੋਂ ਲੈ ਕੇ ਫਸਲ ਨੂੰ ਮੰਡੀਆਂ ਤੱਕ ਲੈ ਕੇ ਜਾਣ ਦਾ ਸਾਰਾ ਕੰਮ ਮਸ਼ੀਨਾਂ ਤੋਂ ਹੀ ਲਿਆ ਜਾਂਦਾ ਹੈ। ਖੇਤੀ ਕਰਨ ਲਈ ਹੈਲੀਕਾਪਟਰ ਅਤੇ ਜਹਾਜ਼ਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਸੋ ਚੱਲਦੇ ਹਾਂ ਜੀ ਅੱਜ ਦੇ ਆਪਣੇ ਲਾਸਟ ਪਾਰਟ ਦੇ ਉੱਤੇ। ਇਹ ਮੇਨਲੀ ਆਪਾਂ ਗੱਲ ਕੀਤੀ ਸੀਗੀ USA ਵਿੱਚ ਕਿਸ ਤਰ੍ਹਾਂ ਦੀ ਖੇਤੀ ਕੀਤੀ ਜਾਂਦੀ ਹੈ ਕਿ ਜ਼ਿਆਦਾਤਰ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਜਿਹੜਾ ਖੇਤਾਂ ਦਾ ਆਕਾਰ ਹੈਗਾ ਜੀ ਉਹ ਵੀ ਕਾਫੀ ਜ਼ਿਆਦਾ ਵੱਡਾ ਹੁੰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਆਫਤ ਪ੍ਰਬੰਧਨ ਦੀ। ਆਫਤ ਕਿਸ ਨੂੰ ਕਿਹਾ ਜਾਂਦਾ ਹੈ? ਖਤਰੇ ਜਦੋਂ ਘਾਤਕ ਘਟਨਾਵਾਂ ਦਾ ਰੂਪ ਧਾਰਨ ਕਰ ਲੈਂਦੇ ਹਨ ਉਹਨਾਂ ਨੂੰ ਆਪਾਂ ਆਫਤਾਂ ਦਾ ਨਾਮ ਦਿੰਨੇ ਆ। ਕੁਦਰਤੀ ਆਫਤਾਂ ਮੁੱਖ ਤੌਰ ਤੇ ਕਿਹੜੀਆਂ-ਕਿਹੜੀਆਂ ਹਨ? ਕੁਦਰਤੀ ਆਫਤਾਂ ਜਿਵੇਂ ਕਿ ਭੂਚਾਲ ਹੋ ਗਿਆ ਜੀ, ਜਵਾਲਾਮੁਖੀ ਕਿਰਿਆ, ਸੁਨਾਮੀ, ਹੜ੍ਹ, ਚੱਕਰਵਾਤ, ਭੂਮੀ ਦਾ ਖਿਸਕਣਾ, ਬਰਫ਼ ਦੇ ਤੋਦਿਆਂ ਦਾ ਖਿਸਕਣਾ ਤੇ ਸੋਕਾ, ਇਹ ਸਾਰੇ ਤੁਹਾਨੂੰ ਕੁਝ ਕੁਦਰਤੀ ਆਫਤਾਂ ਵੇਖਣ ਨੂੰ ਮਿਲਦੀਆਂ ਨੇ। ਭੂਚਾਲ ਤੋਂ ਤੁਹਾਡਾ ਕੀ ਭਾਵ ਹੈ? ਇਸ ਨੂੰ ਕਿਵੇਂ ਮਾਪਿਆ ਜਾਂਦਾ ਹੈ? ਧਰਤੀ ਦੇ ਹਿੱਲਣ ਨੂੰ ਅਸੀਂ ਭੂਚਾਲ ਦਾ ਨਾਮ ਦਿੰਨੇ ਆ। ਭੂਚਾਲ ਦੀ ਤੀਬਰਤਾ ਨੂੰ ਰਿਕਟਰ ਪੈਮਾਨੇ ਅਤੇ ਮਰਕਾਲੀ ਪੈਮਾਨੇ ਤੇ ਮਾਪਿਆ ਜਾਂਦਾ ਹੈ। ਅੱਗੇ ਵੇਖੋ ਜੀ, ਜਵਾਲਾਮੁਖੀ ਕਿਸ ਨੂੰ ਆਖਦੇ ਹਨ? ਇਸ ਦੀਆਂ ਕਿਸਮਾਂ ਦੇ ਨਾਮ ਲਿਖੋ। ਧਰਤੀ ਦੇ ਅੰਦਰੂਨੀ ਹਿੱਸੇ ਵਿੱਚ ਤਾਪਮਾਨ ਬਹੁਤ ਜ਼ਿਆਦਾ ਹੋਣ ਕਰਕੇ ਕਈ ਵਾਰ ਪਿਘਲੀਆਂ ਹੋਈਆਂ ਚੱਟਾਨਾਂ ਧਰਤੀ ਦੇ ਕਮਜ਼ੋਰ ਹਿੱਸੇ ਤੋਂ ਲਾਵੇ ਦੇ ਰੂਪ ਵਿੱਚ ਬਾਹਰ ਆ ਜਾਂਦੀਆਂ ਹਨ। ਲਾਵਾ ਦੇ ਧਰਤੀ ਤੇ ਆਉਣ ਦੀ ਜਿਹੜੀ ਕਿਰਿਆ ਹੈਗੀ ਆ ਉਹਨੂੰ ਆਪਾਂ ਜਵਾਲਾਮੁਖੀ ਦਾ ਨਾਮ ਦਿੰਨੇ ਆ। ਜਦੋਂ ਲਾਵਾ ਧਰਤੀ ਦੇ ਉੱਤੇ ਆ ਗਿਆ ਉਹਨੂੰ ਆਪਾਂ ਜਵਾਲਾਮੁਖੀ ਦਾ ਨਾਮ ਦਿੰਨੇ ਆ।
ਜਵਾਲਾਮੁਖੀ ਮੁੱਖ ਤੌਰ ਤੇ 3 ਪ੍ਰਕਾਰ ਦੇ ਹੁੰਦੇ ਆ। ਕਿਹੜੇ? ਇੱਕ ਤਾਂ ਹੁੰਦੇ ਆ ਜੀ ਕਿਰਿਆਸ਼ੀਲ ਜਵਾਲਾਮੁਖੀ, ਕਿਰਿਆਸ਼ੀਲ ਤੋਂ ਬਾਅਦ ਆ ਗਏ ਜੀ ਸੁੱਤੇ ਹੋਏ ਜਵਾਲਾਮੁਖੀ, ਉਸ ਤੋਂ ਬਾਅਦ ਆ ਗਏ ਜੀ ਬੁਝੇ ਹੋਏ ਜਵਾਲਾਮੁਖੀ। ਸੁਨਾਮੀ ਕਿਵੇਂ ਪੈਦਾ ਹੁੰਦੀ ਹੈ? ਸੁਨਾਮੀ ਦੀ ਜੇਕਰ ਆਪਾਂ ਗੱਲ ਕਰਦੇ ਹਾਂ, ਸੁਨਾਮੀ ਇੱਕ ਤਰ੍ਹਾਂ ਦੀ ਸਮੁੰਦਰੀ ਲਹਿਰ ਹੈ ਜੋ ਕਿ ਸਮੁੰਦਰ ਦੇ ਤਲ ਤੇ ਭੂਚਾਲ, ਜਵਾਲਾਮੁਖੀ ਜਾਂ ਫਿਰ ਧਰਤੀ ਦੇ ਖਿਸਕਣ ਆਦਿ ਤੋਂ ਪੈਦਾ ਹੁੰਦੀ ਹੈ। ਹੜ੍ਹਾਂ ਦੇ ਆਉਣ ਦੇ ਮੁੱਖ ਕਾਰਨ ਕੀ ਹੋ ਸਕਦੇ ਨੇ ਜੀ? ਜ਼ਿਆਦਾ ਵਰਖਾ, ਬਹੁਤ ਜ਼ਿਆਦਾ ਮੀਂਹ ਪੈਣ ਕਰਕੇ ਹੜ੍ਹ ਆ ਜਾਂਦੇ ਨੇ। ਤੇਜ਼ ਚੱਕਰਵਾਤ ਆਉਣ ਕਰਕੇ ਵੀ ਵਰਖਾ ਕਹਿ ਸਕਦੇ ਹਾਂ ਕਿ ਹੜ੍ਹ ਆ ਜਾਂਦੇ ਨੇ। ਬੱਦਲਾਂ ਦੇ ਫਟਣ ਕਰਕੇ ਵੀ ਆ ਜਾਂਦੇ ਨੇ। ਪਾਣੀ ਦੇ ਨਿਕਾਸ ਦਾ ਪ੍ਰਬੰਧ ਠੀਕ ਨਾ ਹੋਣ ਕਰਕੇ, ਨਦੀਆਂ ਅਤੇ ਦਰਿਆਵਾਂ ਦੇ ਤਲ ਉੱਤੇ ਮਿੱਟੀ ਦਾ ਜਮ੍ਹਾਂ ਹੋਣ ਕਰਕੇ, ਬੰਨਾਂ ਦਾ ਟੁੱਟ ਜਾਣ ਕਰਕੇ ਵੀ ਆ ਜਾਂਦੇ ਆ। ਨਦੀਆਂ ਅਤੇ ਦਰਿਆਵਾਂ ਦੀ ਮਾਰ ਹੇਠ ਆਉਣ ਵਾਲੇ ਇਲਾਕਿਆਂ ਵਿੱਚ ਰਿਹਾਇਸ਼ੀ ਇਮਾਰਤਾਂ ਦਾ ਨਿਰਮਾਣ ਕਰਨਾ, ਪਹਾੜਾਂ ਦੀਆਂ ਢਲਾਣਾਂ ਤੋਂ ਦਰਖਤਾਂ ਦਾ ਕੱਟਿਆ ਜਾਣਾ, ਜਿਹਦੇ ਕਰਕੇ ਤੁਹਾਨੂੰ ਹੜ੍ਹ ਜਿਹੜੇ ਹੈਗੇ ਆ ਉਹ ਵੇਖਣ ਨੂੰ ਮਿਲਦੇ ਆ। ਚੱਕਰਵਾਤ ਕੀ ਹੁੰਦਾ ਹੈ? ਇਸ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ? ਚੱਕਰਵਾਤ ਜਾਂ ਤੂਫਾਨ ਤੇਜ਼ ਹਵਾਵਾਂ ਹੁੰਦੀਆਂ ਹਨ ਜਿਨ੍ਹਾਂ ਦੀ ਗਤੀ 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਹੁੰਦੀ ਹੈ। ਉੱਤਰੀ ਅਮਰੀਕਾ ਵਿੱਚ ਇਸ ਨੂੰ ਹਰੀਕੇਨ, ਦੱਖਣ ਪੂਰਬੀ ਏਸ਼ੀਆ ਵਿੱਚ ਟਾਈਫੂਨ, ਭਾਰਤ ਵਿੱਚ ਝੱਖੜ, ਸਟਾਰਮ, ਤੂਫਾਨ ਜਾਂ ਵਾਵਰੋਲਾ ਆਪਾਂ ਕਹਿ ਦਿੰਦੇ ਹਾਂ। ਠੀਕ ਹੈ ਜੀ। ਮਨੁੱਖੀ ਆਫਤਾਂ ਕਿਸ ਨੂੰ ਕਹਿੰਦੇ ਹਨ? ਆਫਤਾਂ ਜੋ ਸਿੱਧੇ ਜਾਂ ਅਸਿੱਧੇ ਤੌਰ ਤੇ ਮਨੁੱਖ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਹਨ, ਉਹਨਾਂ ਨੂੰ ਆਪਾਂ ਮਨੁੱਖੀ ਆਫਤਾਂ ਦਾ ਨਾਮ ਦਿੰਦੇ ਹਾਂ। ਮਨੁੱਖ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਇਹਨਾਂ ਮੁਸੀਬਤਾਂ ਨੂੰ ਪੈਦਾ ਕਰਦਾ ਹੈ। ਮਹਾਮਾਰੀ ਤੋਂ ਤੁਹਾਡਾ ਕੀ ਭਾਵ ਹੈ? ਜਦੋਂ ਇੱਕ ਬਿਮਾਰੀ ਵੱਧ ਕੇ ਬਹੁਤ ਵੱਡੇ ਪੱਧਰ ਤੇ ਲੋਕਾਂ ਉੱਤੇ ਮਾਰੂ ਹਮਲਾ ਕਰਦੀ ਹੈ ਤਾਂ ਇਸ ਨੂੰ ਆਪਾਂ ਮਹਾਮਾਰੀ ਦਾ ਨਾਮ ਦਿੰਦੇ ਹਾਂ। ਜਿਵੇਂ ਕਿ ਕਰੋਨਾ ਮਹਾਮਾਰੀ ਹੋਣ ਕਰਕੇ ਤੁਸੀਂ ਵੇਖਿਆ ਸੀਗਾ ਕਿੰਨੇ ਲੋਕਾਂ ਦੀ ਮੌਤ ਹੋਈ ਸੀਗੀ, ਉਹ ਵੀ ਇੱਕ ਮਹਾਮਾਰੀ ਸੀਗੀ। ਆਫਤ ਮਨੁੱਖ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ? ਆਫਤ ਭਾਵੇਂ ਬਹੁਤ ਥੋੜੇ ਸਮੇਂ ਲਈ ਆਉਂਦੀ ਹੈ, ਪਰ ਇਹ ਸਾਡੇ ਕਹਿ ਸਕਦੇ ਹਾਂ ਵੱਡੇ ਪੱਧਰ ਤੇ ਤਬਾਹੀ ਮਚਾ ਦਿੰਦੀ ਹੈ। ਇਹ ਜਾਨ ਅਤੇ ਮਾਲ ਦਾ ਬਹੁਤ ਨੁਕਸਾਨ ਕਰਦੀਆਂ ਹਨ। ਬਹੁਤ ਸਾਰੇ ਲੋਕ ਘਰੋਂ ਬੇਘਰ ਹੋ ਜਾਂਦੇ ਹਨ। ਭੂਚਾਲ ਆਫਤ ਪ੍ਰਬੰਧਨ ਵਿੱਚ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਕਿ ਕੋਈ ਭੂਚਾਲ ਆਉਂਦਾ ਹੈ? ਭੂਚਾਲ ਆਫਤ ਪ੍ਰਬੰਧਨ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਭੂਚਾਲਗ੍ਰਸਤ ਇਲਾਕਿਆਂ ਵਿੱਚ ਇਮਾਰਤਾਂ ਦੇ ਨਕਸ਼ੇ ਅਤੇ ਬਣਾਵਟ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਭੂਚਾਲ ਆਉਣ ਤੇ ਇਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਭੂਚਾਲ ਆਉਣ ਤੇ ਡਰ ਜਾਂ ਦਹਿਸ਼ਤ ਦਾ ਮਾਹੌਲ ਨਹੀਂ ਬਣਨ ਦੇਣਾ ਚਾਹੀਦਾ, ਸਗੋਂ ਸ਼ਾਂਤ ਰਹਿ ਕੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ। ਕਈ ਵਾਰ ਆਪਾਂ ਘਬਰਾ ਜਾਂਦੇ ਹਾਂ, ਘਬਰਾਉਣਾ ਨਹੀਂ ਹੈਗਾ, ਸ਼ਾਂਤੀ ਨਾਲ ਕੰਮ ਲਓ। ਭੂਚਾਲ ਆਉਣ ਸਮੇਂ ਜੇਕਰ ਅਸੀਂ ਅੰਦਰ ਬੈਠੇ ਹੋਈਏ ਤਾਂ ਬਾਹਰ ਨੂੰ ਭੱਜਣ ਦੀ ਬਜਾਏ ਕਿਸੇ ਸਖਤ ਚੀਜ਼ ਜਿਵੇਂ ਕਿ ਮੇਜ਼, ਮੰਜੇ ਜਾਂ ਦਰਵਾਜ਼ੇ ਦੇ ਪਿੱਛੇ ਹੋ ਜਾਣਾ ਚਾਹੀਦਾ ਹੈ। ਭੂਚਾਲ ਆਉਣ ਸਮੇਂ ਜੇਕਰ ਅਸੀਂ ਬਾਹਰ ਹੋਈਏ ਤਾਂ ਖੁੱਲੀ ਜਗ੍ਹਾ ਵਿੱਚ ਚਲੇ ਜਾਣਾ ਚਾਹੀਦਾ ਹੈ। ਚੱਲਦੇ ਹੋਏ ਵਾਹਨ ਜਿਵੇਂ ਕਿ ਕਾਰ, ਸਕੂਟਰ, ਬੱਸ ਆਦਿ ਨੂੰ ਰੋਕ ਲੈਣਾ ਚਾਹੀਦਾ ਹੈ। ਭੂਚਾਲ ਨਾਲ ਪ੍ਰਭਾਵਿਤ ਆਵਾਜਾਈ, ਸੂਚਨਾ ਅਤੇ ਸੰਚਾਰ ਦੇ ਸਾਧਨਾਂ ਨੂੰ ਦੁਬਾਰਾ ਛੇਤੀ ਚਾਲੂ ਕੀਤਾ ਜਾਣਾ ਚਾਹੀਦਾ ਹੈ। ਬੇਘਰ ਹੋਏ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦਾ ਮੁੱਖ ਫਰਜ਼ ਬਣਦਾ ਹੈ। ਜਵਾਲਾਮੁਖੀ ਅਤੇ ਸੁਨਾਮੀ ਤੋਂ ਬਚਾਅ ਵਾਸਤੇ ਕੀ ਪ੍ਰਬੰਧ ਕਰਨੇ ਚਾਹੀਦੇ ਹਨ? ਜਵਾਲਾਮੁਖੀ ਤੋਂ ਬਚਾਅ ਲਈ ਆਪਾਂ ਨੂੰ ਮੇਨਲੀ ਜਵਾਲਾਮੁਖੀ ਵਿਸਫੋਟ ਸਥਾਨ ਦੇ ਨੇੜੇ ਘਰ ਜਾਂ ਹੋਰ ਇਮਾਰਤਾਂ ਨਹੀਂ ਬਣਾਉਣੀਆਂ ਚਾਹੀਦੀਆਂ। ਜਵਾਲਾਮੁਖੀ ਫਟਣ ਤੋਂ ਕੁਝ ਦੇਰ ਪਹਿਲਾਂ ਕੁਝ ਨਿਸ਼ਾਨੀਆਂ ਦੇਖਣ ਤੇ ਹੀ ਇਸ ਸਥਾਨ ਤੋਂ ਬਹੁਤ ਦੂਰ ਚਲੇ ਜਾਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਹਾਲਤ ਵਿੱਚ ਸਰਕਾਰ ਨੂੰ ਲੋੜੀਂਦੀ ਮੈਡੀਕਲ ਅਤੇ ਹੋਰ ਮਦਦ ਲਈ ਤਿਆਰ ਰਹਿਣਾ ਚਾਹੀਦਾ ਹੈ। ਸੁਨਾਮੀ ਤੋਂ ਬਚਾਅ ਲਈ ਜਦੋਂ ਵੀ ਸੁਨਾਮੀ ਬਾਰੇ ਸੂਚਨਾ ਮਿਲੇ ਤਾਂ ਸਮੁੰਦਰ ਵੱਲ ਨੂੰ ਨਹੀਂ ਜਾਣਾ ਚਾਹੀਦਾ। ਸਮੁੰਦਰ ਵਿੱਚ ਚੱਲ ਰਹੇ ਸਮੁੰਦਰੀ ਜਹਾਜ਼ ਅਤੇ ਬੇੜਿਆਂ ਨੂੰ ਵਾਪਸ ਬੰਦਰਗਾਹ ਤੇ ਆ ਜਾਣਾ ਚਾਹੀਦਾ ਹੈ। ਜੇਕਰ ਸੁਨਾਮੀ ਬਹੁਤ ਤੇਜ਼ੀ ਨਾਲ ਸਮੁੰਦਰ ਤੱਟ ਵੱਲ ਆ ਰਹੀ ਹੋਵੇ ਤਾਂ ਤੱਟੀ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਉਹ ਜਗ੍ਹਾ ਛੱਡ ਕੇ ਦੂਰ ਕਿਤੇ ਹੋਰ ਸੁਰੱਖਿਅਤ ਜਗ੍ਹਾ ਤੇ ਚਲੇ ਜਾਣਾ ਚਾਹੀਦਾ ਹੈ। ਸੋਕੇ ਤੋਂ ਬਚਣ ਲਈ ਕਿਹੜੇ ਕਦਮ ਉਠਾਏ ਜਾ ਸਕਦੇ ਹਨ? ਸੋਕੇ ਤੋਂ ਬਚਣ ਲਈ ਪਾਣੀ ਨੂੰ ਸ਼ੁਰੂ ਤੋਂ ਹੀ ਸਾਂਭ ਸੰਭਾਲ ਨਾਲ ਵਰਤਣਾ ਚਾਹੀਦਾ ਹੈ। ਸੂਖਾਗ੍ਰਸਤ ਇਲਾਕੇ ਵਿੱਚ ਘੱਟ ਪਾਣੀ ਦੀ ਖਪਤ ਵਾਲੀਆਂ ਜਿਹੜੀਆਂ ਫਸਲਾਂ ਹੁੰਦੀਆਂ ਨੇ ਜਿਵੇਂ ਕਿ ਮੱਕੀ, ਬਾਜਰਾ, ਦਾਲਾਂ ਆਦਿ ਹੀ ਬੀਜੀਆਂ ਜਾਣੀਆਂ ਚਾਹੀਦੀਆਂ ਹਨ। ਵਰਖਾ ਦੇ ਪਾਣੀ ਨੂੰ ਤਲਾਬਾਂ ਜਾਂ ਡੈਮਾਂ ਵਿੱਚ ਸਟੋਰ ਕਰਕੇ ਮੁਸੀਬਤ ਦੇ ਸਮੇਂ ਵਾਸਤੇ ਰੱਖਿਆ ਜਾ ਸਕਦਾ ਹੈ। ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਹਨ ਕਿਉਂਕਿ ਦਰਖਤ ਵਰਖਾ ਲਿਆਉਣ ਵਿੱਚ ਮਦਦ ਕਰਦੇ ਹਨ। ਕਿਹੜੇ ਉਪਾਅ ਸਾਨੂੰ ਮਹਾਮਾਰੀ ਵਰਗੀ ਆਫਤ ਤੋਂ ਬਚਾ ਸਕਦੇ ਹਨ? ਸ਼ੁੱਧ ਹਵਾ, ਸਾਫ਼ ਪਾਣੀ ਅਤੇ ਸਾਫ਼ ਸੁਥਰਾ ਆਲਾ ਦੁਆਲਾ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਸਕਦਾ ਹੈ। ਸ਼ਹਿਰਾਂ ਦੇ ਆਲੇ ਦੁਆਲੇ ਗੰਦੀਆਂ ਬਸਤੀਆਂ ਦੇ ਵਿਕਾਸ ਨੂੰ ਰੋਕਣਾ ਚਾਹੀਦਾ ਹੈ। ਪਿੰਡਾਂ, ਸ਼ਹਿਰਾਂ ਅਤੇ ਸਕੂਲਾਂ ਵਿੱਚ ਬਿਮਾਰੀਆਂ ਦੀ ਜਾਂਚ ਦਾ ਜਿਹੜਾ ਕੰਮ ਹੈਗਾ ਉਹ ਲਗਾਤਾਰ ਹੋਣਾ ਚਾਹੀਦਾ ਹੈ। ਮਹਾਮਾਰੀ ਫੈਲਣ ਦੀ ਸੂਰਤ ਵਿੱਚ ਡਾਕਟਰੀ ਟੀਮਾਂ ਅਤੇ ਹਸਪਤਾਲਾਂ ਦਾ ਜਿਹੜਾ ਪ੍ਰਬੰਧ ਹੈਗਾ ਜੀ ਉਹ ਹੋਣਾ ਚਾਹੀਦਾ ਹੈ। ਸੋ ਇਹ ਤੁਹਾਡੇ 8ਵੀਂ ਕਲਾਸ ਦੇ ਜਿਹੜੇ 5 ਪਾਠ ਹੈਗੇ ਆ ਜਿਓਗ੍ਰਾਫੀ ਦੇ, ਇਹ ਕੰਪਲੀਟ
ਹੋ ਚੁੱਕੇ ਆ। ਉਮੀਦ ਮੈਂ ਇਹੀ ਕਰੂੰਗਾ ਇਹ ਸੈਸ਼ਨ ਤੁਹਾਨੂੰ ਯੂਸਫੁਲ ਜ਼ਰੂਰ ਲੱਗੂਗਾ, ਕੁਝ ਇੰਟਰਸਟ ਤੁਹਾਡਾ ਸਟੱਡੀ ਵਿੱਚ ਜ਼ਰੂਰ ਬਣਿਆ ਹੋਊਗਾ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕਲਾਸ ਇੰਟਰਸਟਿੰਗ ਸੀਗੀ ਤੇ ਤੁਸੀਂ ਇਹਨਾਂ ਬੁੱਕਸ ਨੂੰ ਕੰਪਲੀਟ ਵੇ ਨਾਲ ਪੜ੍ਹ ਸਕਦੇ ਹੋ, ਕਿਉਂਕਿ ਇਹ ਜਿਹੜੀ ਕਲਾਸ ਸੀਗੀ ਕਾਫੀ ਬੇਸਿਕ ਕਲਾਸ ਸੀਗੀ। ਇਹ ਆਪਾਂ ਬਿਲਕੁਲ ਨਹੀਂ ਕਹਿ ਰਹੇ ਕਿ ਇਹਦੇ ਵਿੱਚੋਂ ਪ੍ਰਸ਼ਨ ਨਹੀਂ ਬਣ ਸਕਦੇ, ਹੋ ਸਕਦਾ ਹੈ 2-4 ਪ੍ਰਸ਼ਨ ਤੁਹਾਨੂੰ ਐਗਜ਼ਾਮ ਦੇ ਵਿੱਚ ਇੱਥੋਂ ਵੀ ਵੇਖਣ ਨੂੰ ਮਿਲ ਸਕਦੇ ਆ, ਬਟ ਫਿਰ ਵੀ ਤੁਹਾਨੂੰ ਜਿਹੜੀ ਕਿਤਾਬ ਹੈਗੀ ਆ, ਭਾਵੇਂ ਤੁਸੀਂ NCERT ਪੜ੍ਹ ਲਓ, ਪੰਜਾਬ ਬੋਰਡ ਦੀਆਂ ਕਿਤਾਬਾਂ ਪੜ੍ਹ ਲਓ, ਉਹ ਤੁਹਾਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ। ਬਾਕੀ ਤੁਹਾਡਾ ਕੋਈ ਹੋਰ ਵੀ ਸੁਜੈਸ਼ਨ ਹੋਵੇ ਕਮੈਂਟ ਕਰਕੇ ਜ਼ਰੂਰ ਦੱਸਿਓ। ਲਾਸਟ ਤੱਕ ਵੀਡੀਓ ਵੇਖਣ ਦਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇਸ ਤਰ੍ਹਾਂ ਹੀ ਤੁਸੀਂ ਆਪਦੀ ਜਿਹੜੀ ਸਟੱਡੀ ਹੈਗੀ ਆ ਜੀ ਉਹ ਜਾਰੀ ਰੱਖੋ, ਭਾਵੇਂ ਤੁਸੀਂ PS ਟੈਟ ਦੀ ਤਿਆਰੀ ਕਰ ਰਹੇ ਹੋਵੋ, CTET ਦੀ ਤਿਆਰੀ ਕਰ ਰਹੇ ਹੋਵੋ, ਜਾਂ ਫਿਰ ਕੋਈ ਹੋ ਸਕਦਾ ਹੈ ਕਿ 8ਵੀਂ ਜਮਾਤ ਦਾ ਵਿਦਿਆਰਥੀ ਵੀ ਇਸ ਵੀਡੀਓ ਨੂੰ ਵੇਖ ਰਿਹਾ ਹੋਵੇ। ਤੁਹਾਡੇ ਸਾਰਿਆਂ ਲਈ ਹੀ ਇਹ ਜਿਹੜੀ ਵੀਡੀਓ ਸੀਗੀ ਇਹ ਕਾਫੀ ਜ਼ਿਆਦਾ ਯੂਸਫੁਲ ਸੀਗੀ। ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ, ਵੀਡੀਓ ਨੂੰ ਕਰਦੇ ਹਾਂ ਖਤਮ। ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਦੇ ਹਾਂ। ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਦੇ ਦੋਸਤਾਂ ਨੂੰ ਵੀ ਦੱਸਿਓ ਕਿ ਡੋਰਸਟੈਪ ਐਜੂਕੇਸ਼ਨ ਪੁਆਇੰਟ ਚੈਨਲ ਤੇ ਕਾਫੀ ਸਾਰੀਆਂ ਵੀਡੀਓਜ਼ ਇਸ ਰਿਗਾਰਡਿੰਗ ਅਪਲੋਡ ਕੀਤੀਆਂ ਜਾਂਦੀਆਂ ਨੇ ਐਂਡ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕੀਤਾ ਜਾਵੇ ਐਂਡ ਸਬਸਕ੍ਰਾਈਬ ਕੀਤਾ ਜਾਵੇ। ਸੋ ਇਸ ਦੇ ਨਾਲ ਹੀ ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।